पंजाबी नैशनल टीवी के दर्शकों का स्वागत है। प्रोग्राम विचार चर्चा लैके हाज़र हो गए हैं। अज गलबात करन लई साडे नाल स्टूडियो दे विच जिहड़े माहिर मौजूद ने उन्हां दे नाल सब तो पहलां तुहानूं मिलावांगे। साडे नाल स्टूडियो दे विच मौजूद ने कुलदीप सिंह जी ते उस तो बाद दूसरे मेहमान ने साडे गुरवीर सिंह चौटाला जी जो कि पेशे वजों वकील ने अते किसान ने ते इस वेले मंडी बोर्ड के डायरैक्टर ने। स्वागत सर। शुरुआत करते हैं अज दे सब तो वड्डे मुद्दे दी जो कि किसानी दा मुद्दा है। ये सिर्फ किसानां दा मुद्दा नहीं है, ये आलमी मुद्दा है क्योंकि ढिड सानू सारिआं नू लगा होया है ते साडा ढिड भरदा है अन्नदाता। मेरा सब तो पहला सवाल है कुलदीप सर, तुहानू तुसी दिल्ली तो आए हैं ते की माहौल है दिल्ली दे बार्डर दा? अज 14वां दिन है दिल्ली दे जिहड़ा संघर्ष चल रहा है किसानी दा, की 14वें दिन किते संघर्ष मट्ठा जा तां नहीं हो गया? पहला तो मैं ये दस देवां कि संघर्ष मट्ठा नहीं होया, संघर्ष तेज़ हो रहा है। दूसरी गल तुसीं गल कीती कि सारिਆਂ ਨੂੰ ढिड लगा होया, ढिड लगा है, पर इस गल तो मुनकर हो के साडे कॉरपोरेट जगत दे जिहड़े वड्डे वपारी ने उन्हां ने जेबां इन्नियां वड्डियां ला लईआं कोई भारी नहीं रहीआं। ਉਹ ਜੇਬਾਂ ਭਰਨ ਖਾਤਰ ਕਿਸਾਨ ਦੇ ਗੀਜੇ ਵਿੱਚ ਹੱਥ ਪਾ ਲਿਆ ਗਿਆ ਤੇ ਇਸ ਦੇ ਗਲੇ ਨੂੰ ਹੱਥ ਪਾ ਲਿਆ ਗਿਆ। ਜੇਬ ਨੂੰ ਹੱਥ ਪਾਇਆ ਤੇ ਕਿਸਾਨ ਬਰਦਾਸ਼ਤ ਕਰ ਸਕਦਾ, ਲੇਕਿਨ ਹੁਣ ਜਦੋਂ ਗਲ ਨੂੰ ਹੱਥ ਪੈ ਗਿਆ ਕਿ ਤੁਸੀਂ ਜਾਣਾ ਕਿੱਧਰ ਨੂੰ ਹੈ। ਤੁਸੀਂ ਪਹਿਲਾਂ ਤਾਂ ਇਹ ਦੱਸਿਆ ਜਾਂਦਾ ਸੀ ਕਿ ਫਲਾਨੀ ਫਸਲ ਬੀਜੋ, ਫਸਲੀ ਚੱਕਰ ਅਪਣਾਓ, ਵਿਭਿੰਨਤਾ ਅਪਣਾਓ। ਕਿਸਾਨ ਨੂੰ ਇਸ ਤਰ੍ਹਾਂ ਦੀਆਂ ਬਹੁਤ ਅਕਲਾਂ ਦਿੱਤੀਆਂ ਗਈਆਂ ਜਿਵੇਂ ਕਿ ਕਿਸਾਨ ਬਹੁਤ ਬੇਵਕੂਫ ਹੋਵੇ। ਮੈਂ ਇਹ ਨਹੀਂ ਕਹਿ ਰਿਹਾ ਕਿ ਨਹੀਂ ਦਿੱਤੀ ਜਾਣੀ ਚਾਹੀਦੀ ਸੀ, ਪਰ ਤਰੀਕੇ ਨਾਲ ਦਿੱਤੀ ਜਾਂਦੀ। ਕਿਸਾਨ ਨੂੰ ਇਹ ਦੱਸਿਆ ਜਾਂਦਾ ਕਿ ਤੁਸੀਂ ਆਹ ਫਸਲ ਬੀਜੋਗੇ ਤੇ ਤੁਹਾਨੂੰ ਆਹ ਨਫਾ ਹੋਵੇਗਾ, ਲੇਕਿਨ ਉਸ ਤੇ ਬੰਦਿਸ਼ਾਂ ਹੀ ਲਾਈਆਂ ਗਈਆਂ। ਬੰਦਿਸ਼ਾਂ ਲਾਉਣ ਨਾਲ ਕੁਝ ਹਾਸਲ ਨਹੀਂ ਹੋਇਆ ਅਜੇ ਤੱਕ। ਨਾ ਪਰਾਲੀ ਸਾੜਨ ਦੀ ਸਮੱਸਿਆ ਹੱਲ ਹੋਈ ਹੈ, ਨਾ ਝੋਨੇ ਤੋਂ ਛੁਟਕਾਰਾ ਮਿਲਿਆ ਤੇ ਜ਼ਮੀਨ ਹੇਠਲਾ ਪਾਣੀ ਵੀ ਘਟਦਾ ਜਾ ਰਿਹਾ। ਇਹ ਸਰਕਾਰਾਂ ਦੀ ਨਾਕਾਮੀ ਸੀ, ਸਾਡੀਆਂ ਸੰਸਥਾਵਾਂ ਜਿਨ੍ਹਾਂ ਨੇ ਕਿਸਾਨ ਲਈ ਕੰਮ ਕਰਨਾ ਸੀ ਉਹਨਾਂ ਦੀ ਨਾਕਾਮੀ ਸੀ। ਸੋ ਕਿਸਾਨ ਦੇ ਗਲੇ ਨੂੰ ਹੁਣ ਹੱਥ ਪੈ ਗਿਆ, ਇਹਨਾਂ ਦੀਆਂ ਜ਼ਮੀਨਾਂ ਨੂੰ ਹੱਥ ਪੈ ਗਿਆ ਤੇ ਕਿਸਾਨ ਨੇ ਕੁਝ ਨਾ ਕੁਝ ਤਾਂ ਕਰਨਾ ਹੀ ਸੀ। ਹੁਣ ਮੈਂ ਦਿੱਲੀ ਦੀ ਗੱਲ ਕਰਦੇ ਹਾਂ। ਤੁਸੀਂ ਮੈਨੂੰ ਪੁੱਛਿਆ ਕਿ ਉੱਥੇ ਕਿਹੋ ਜਿਹਾ ਉਤਸ਼ਾਹ ਹੈ, ਕਿਹੋ ਜਿਹਾ ਮਾਹੌਲ ਹੈ। ਮਾਹੌਲ ਉੱਥੇ ਇਸ ਤਰ੍ਹਾਂ ਦਾ ਹੈ ਕਿ ਜਿਵੇਂ ਕੋਈ ਮੇਲਾ ਹੋਵੇ। ਪਰ ਮੈਂ ਦੱਸ ਦੇਵਾਂ, ਕੋਈ ਪੰਜਾਬ ਵਿੱਚੋਂ ਮਤਾਂ ਇਹ ਸੋਚ ਕੇ ਉੱਥੇ ਨੂੰ ਚਲਾ ਜਾਵੇ ਕਿ ਉੱਥੇ ਮੇਲਾ ਦੇਖਣ ਜਾਣਾ ਹੈ ਤੇ ਕੋਈ ਲੋੜ ਨਹੀਂ ਉੱਥੇ ਜਾਣ ਦੀ, ਤੇ ਨਾ ਕੋਈ ਉੱਥੇ ਮੇਲਾ ਦੇਖਣ ਗਿਆ। ਮਾਹੌਲ ਜ਼ਰੂਰ ਇਸ ਤਰ੍ਹਾਂ ਲੱਗਦਾ ਹੈ, ਪਰ ਜਿਸ ਤਰ੍ਹਾਂ ਦਾ ਉੱਥੇ ਜਲਾਉ ਹੈ, ਕਿਸਾਨਾਂ ਦਾ ਇਕੱਠ ਹੈ, ਏਕਤਾ ਹੈ ਔਰ ਧਾਰਮਿਕ ਏਕਤਾ ਹੈ, ਜਾਤ ਪਾਤ ਸਭ ਚੀਜ਼ਾਂ ਮਿਟ ਗਈਆਂ ਨੇ। ਔਰ ਉਹ ਹਾਈਵੇ ਜਿਹੜਾ ਖੁੱਲ੍ਹਾ ਡੁੱਲਾ ਇੱਕ ਹਾਈਵੇ ਹੁੰਦਾ ਸੀ ਕਦੇ, ਇੱਕ ਤਾਂ ਗਲੀ ਵਾਂਗ ਜਾਪਦਾ ਹੈ। ਔਰ ਉੱਥੇ ਕਿਸਾਨ ਜੁਟ ਗਏ ਨੇ। ਪੰਜਾਬ ਦਿਆਂ ਦੀ ਝੰਡੀ ਹੈ, ਇਸ ਗੱਲ ਵਿੱਚ ਕੋਈ ਸ਼ੱਕ ਨਹੀਂ। ਹਰਿਆਣੇ ਦੇ ਵੀ ਨਾਲ ਨੇ ਔਰ ਸਾਰੇ ਪੰਜਾਬ ਦੀ, ਭਾਵੇਂ ਭੂਗੋਲਿਕ ਸਥਿਤੀ ਵਜੋਂ ਪੰਜਾਬ ਛੋਟਾ ਹੈ, ਪਰ ਪੰਜਾਬ ਨੂੰ ਵੱਡਾ ਭਰਾ ਮੰਨਣ ਲੱਗ ਪਏ ਨੇ। ਵਾਕਿਆ ਵੱਡਾ ਭਰਾ ਹੋ ਕੇ ਵਿਖਾਇਆ। ਔਰ ਉਹ ਕੇਂਦਰ ਸਰਕਾਰ ਜੋ 6.5 ਸਾਲਾਂ ਦੇ ਸ਼ਾਸਨ ਦੇ ਦੌਰਾਨ ਝੁਕੀ ਨਹੀਂ, ਨਾ ਕਿਸੇ ਦੀ ਗੱਲ ਮੰਨੀ ਤੇ ਬਹੁਤ ਸਖਤ ਫੈਸਲੇ ਉਹਨਾਂ ਨੇ ਲਏ। ਭਾਰਤ ਵਿੱਚ ਉਸ ਦਾ ਫਾਇਦਾ ਜਾਂ ਨਫਾ ਇਹ ਗੱਲ ਫੇਰ ਕਿਤੇ ਕਰਾਂਗੇ, ਪਰ ਮੈਂ ਸਮਝਦਾ ਕਿ ਪੰਜਾਬ ਦੇ ਕਿਸਾਨਾਂ ਨੇ ਪਹਿਲ ਕੀਤੀ ਹੈ ਤੇ ਸਾਰੇ ਭਾਰਤ ਨੂੰ ਦਿਖਾਇਆ ਕਿ ਇਕੱਠ ਕਿਸ ਤਰ੍ਹਾਂ ਕਰੀਦਾ ਤੇ ਕਿਸਾਨ ਕੀ ਹੁੰਦਾ ਤੇ ਕਿਸਾਨ ਦੇ ਨਾਲ ਨਾਲ ਕੌਣ-ਕੌਣ ਸ਼ਾਮਲ ਨੇ। ਇਕੱਲਾ ਕਿਸਾਨ ਨਹੀਂ, ਉਹ ਨਹੀਂ ਜੋ ਖੇਤਾਂ ਵਿੱਚ ਖਪਦਾ। ਅੱਜ ਜਿੰਨੇ ਸਾਡੇ ਪੰਜਾਬ ਦੇ ਨੌਜਵਾਨ ਨੇ ਜਾਂ ਜਿੰਨੇ ਬਾਹਰ ਬੈਠੇ ਹੋਏ ਵਿਅਕਤੀ ਨੇ, ਭਾਵੇਂ ਕਿ ਉਹ ਕੰਮ ਹੋਰ ਕਰ ਰਹੇ ਨੇ, ਟਰੱਕ ਚਲਾ ਰਹੇ ਨੇ ਜਾਂ ਉੱਚੇ ਅਹੁਦਿਆਂ 'ਤੇ ਬੈਠੇ ਹੋਏ ਨੇ, ਪੰਜਾਬ ਦੇ ਵਿੱਚ ਅਫਸਰ ਲੱਗੇ ਹੋਏ ਨੇ, ਉਹ ਸਾਰਿਆਂ ਦੇ ਤੁਸੀਂ ਉਹਨਾਂ ਦੇ ਪ੍ਰੋਫਾਈਲ ਦੇਖ ਲਓ ਸੋਸ਼ਲ ਮੀਡੀਆ 'ਤੇ, ਸਾਰਿਆਂ ਨੇ ਪਾਏ ਹੋਏ ਨੇ ਕਿ ਮੈਂ ਵੀ ਕਿਸਾਨ, ਮੈਂ ਕਿਸਾਨ ਦਾ ਪੁੱਤਰ, ਮੈਂ ਖੇਤਾਂ ਦਾ ਪੁੱਤਰ, ਮੈਂ ਫਲਾਨਾ। ਮੈਂ ਸਮਝਦਾ ਕਿ ਨਮੋਸ਼ੀ ਮਹਿਸੂਸ ਕਰਦਾ ਸੀ ਕਿਸਾਨ ਦੱਸਣ ਲੱਗਾ। ਮੈਂ ਆਪਣੀ ਗੱਲ ਕਰਾਂ, ਮੈਂ ਇੰਨੀ ਦੇਰ ਤੋਂ ਇਸ ਖੇਤਰ ਦੇ ਵਿੱਚ ਲੱਗਾ ਹਾਂ ਮੀਡੀਆ ਦੇ ਵਿੱਚ, ਪਰ ਮੈਂ ਖੇਤੀ ਨਹੀਂ ਛੱਡੀ ਇੱਕ ਦਿਨ ਵੀ। ਖੇਤੀ ਅਸੀਂ ਅੱਜ ਵੀ ਕਰ ਰਹੇ ਹਾਂ, ਪਰ ਮੈਨੂੰ ਮਾਣ ਮਹਿਸੂਸ ਹੋ ਰਿਹਾ ਪਹਿਲੀ ਵਾਰੀ ਅੱਜ ਇਹ ਦੱਸਦਿਆਂ ਹੋਇਆ ਕਿ ਮੈਂ ਕਿਸਾਨ ਹਾਂ ਔਰ ਕਿਸਾਨ ਸੀ, ਕਿਸਾਨ ਹਾਂ ਤੇ ਕਿਸਾਨ ਰਹਾਂਗੇ ਜਿੰਨੀ ਦੇਰ ਤੱਕ ਦਮ ਹੈ। ਔਰ ਇਹ ਵਾਕਿਆ ਹੀ ਸਾਰਿਆਂ ਨੇ ਮਾਣ ਮਹਿਸੂਸ ਕੀਤਾ। ਉਹ ਲੋਕ ਜੋ ਕਦੀ ਸ਼ਾਇਦ ਜਿਨ੍ਹਾਂ ਦੇ ਖੇਤ ਦੇ ਬੰਨੇ 'ਤੇ ਪੈਰ ਨਾ ਪਾਇਆ ਹੋਵੇ, ਪਰ ਉਹ ਕਿਸਾਨਾਂ ਦੇ ਪੁੱਤਰ ਹਨ। ਉਹਨਾਂ ਨੂੰ ਕਿਸਾਨ ਦਾ ਉਹਨਾਂ ਨੂੰ ਉਸ ਦੀਆਂ ਮੁਸ਼ਕਲਾਂ ਦਾ ਪਤਾ ਹੈ। ਸੋ ਸਾਰੇ ਉੱਥੇ ਪਹੁੰਚੇ ਹੋਏ ਨੇ। ਮਾਹੌਲ ਬਹੁਤ ਜ਼ਬਰਦਸਤ ਹੈ। ਸਟੇਜ ਜਿਹੜੀ ਲੱਗੀ ਹੋਈ ਹੈ, ਕੁੰਡਲੀ ਬੈਰੀਅਰ ਵੀ ਉਸ ਨੂੰ ਕਿਹਾ ਜਾਂਦਾ ਹੈ। ਬੈਰੀਅਰ ਇਸ ਕਰਕੇ ਹੈ ਕਿ ਉੱਥੇ ਜਦੋਂ ਦਿੱਲੀ ਦੀ ਹੱਦ ਸ਼ੁਰੂ ਹੋ ਜਾਂਦੀ ਹੈ ਤੇ ਦਿੱਲੀ ਦੀ ਹੱਦ ਸ਼ੁਰੂ ਹੋਣ ਤੋਂ ਪਹਿਲਾਂ ਕਮਰਸ਼ੀਅਲ ਗੱਡੀਆਂ ਤੋਂ ਟੈਕਸ ਲਿਆ ਜਾਂਦਾ ਹੈ ਔਰ ਦੂਸਰੀਆਂ ਗੱਡੀਆਂ ਲੰਘ ਜਾਂਦੀਆਂ ਨੇ। ਉੱਥੋਂ ਦਿੱਲੀ ਦਾ ਹਲਕਾ ਜਿਹੜਾ ਹੈ ਉਹ ਸ਼ੁਰੂ ਹੋ ਜਾਂਦਾ ਤੇ ਅਧਿਕਾਰ ਜਿਹੜੇ ਨੇ ਦਿੱਲੀ ਪੁਲਿਸ ਦੇ ਉਹ ਸ਼ੁਰੂ ਹੋ ਜਾਂਦੇ ਨੇ।
ਉਸ ਦੇ ਹਰਿਆਣੇ ਵਾਲੇ ਪਾਸੇ ਤੇ ਇਹ ਜਿਸ ਨੂੰ ਸਿੰਘੂ ਬਾਰਡਰ, ਇੱਕ ਮੈਂ ਹੋਰ ਕਲੀਅਰ ਕਰ ਦੇਵਾਂ ਕਿ ਕੋਈ ਸਿੰਧੂ ਆਖਦਾ ਹੈ, ਕੋਈ ਕੁਛ ਆਖਦਾ ਹੈ, ਇਹ ਸਿੰਘੂ ਹੈ, ਸਿੰਘੂ ਬਾਰਡਰ ਹੈ। ਔਰ ਸਿੰਘੂ ਬਾਰਡਰ ਦੇ ਕ੍ਰਾਸ ਕਰਕੇ ਜਦੋਂ ਦੂਸਰੇ ਪਾਸੇ ਜਾਈਏ ਜਿੱਥੇ ਸਟੇਜ ਲੱਗੀ ਹੋਈ ਹੈ ਤੇ ਉਸ ਦੇ ਬਿਲਕੁਲ ਖੱਬੇ ਹੱਥ ਨਾਲ ਹੀ ਅੱਧੀ ਕੁ ਫਰਲਾਂਗ ਦੇ ਫਾਸਲੇ ਤੇ 9ਵੀਂ ਪਾਤਸ਼ਾਹ ਗੁਰੂ ਤੇਗ ਬਹਾਦਰ ਦੀ ਯਾਦਗਾਰ ਬਣੀ ਹੋਈ ਹੈ। ਔਰ ਇਹ ਦੇਖੋ ਕਿਸ ਤਰ੍ਹਾਂ ਇਤਿਹਾਸ ਦੁਹਰਾ ਰਿਹਾ ਹੈ ਕਿ ਉਹਨਾਂ ਨੇ ਦਿੱਲੀ ਜਾ ਕੇ ਕੁਰਬਾਨੀ ਦਿੱਤੀ ਸੀ ਤੇ ਅੱਜ ਉਹਨਾਂ ਦੇ ਵਾਰਸ, ਉਹਨਾਂ ਦੇ ਪੁੱਤਰ ਉਸੇ ਜਗ੍ਹਾ ਤੇ ਬੈਠੇ ਹੋਏ ਨੇ, ਦਿੱਲੀ ਦੇ ਬਾਰਡਰ ਤੇ ਬੈਠੇ ਹੋਏ ਨੇ, ਕੁਰਬਾਨੀ ਦੇਣ ਨੂੰ ਤਿਆਰ ਨੇ। ਤਾਂ ਦਿੱਲੀ ਦੀ ਸਰਕਾਰ ਅੰਦਰ ਆਨੰਦ ਮਾਣ ਰਹੀ ਹੈ, ਜਿਸ ਤਰ੍ਹਾਂ ਕਿ ਪਤਾ ਨਹੀਂ ਅਸੀਂ ਇਹੋ ਜਿਹੇ ਥਾਂ ਤੇ ਬੈਠੇ ਹਾਂ ਜਿੱਥੇ ਸਾਡੇ ਤੱਕ ਕੋਈ ਪਹੁੰਚ ਨਹੀਂ ਸਕਦਾ, ਪਰ ਦਿੱਲੀ ਦਾ ਤਖਤ ਹੈ। ਦਿੱਲੀ ਦਾ ਤਖਤ ਤੇ ਇਸ ਤੇ ਕਿਸ ਦਾ ਕਬਜ਼ਾ ਰਿਹਾ, ਇਤਿਹਾਸ ਗਵਾਹ ਹੈ। 1000 ਸਾਲ ਦਾ ਇਤਿਹਾਸ ਫੋਲ ਲਓ, 500 ਸਾਲ ਦਾ ਫੋਲ ਲਓ, 200 ਸਾਲ ਦਾ ਫੋਲ ਲਓ, ਇੱਥੇ ਕਦੀ ਕਿਸੇ ਨੇ ਪੱਕਾ ਡੇਰਾ ਨਹੀਂ ਕੋਈ ਜਮਾ ਸਕਿਆ ਦਿੱਲੀ ਤੇ। ਸੋ ਸਰਕਾਰ ਨੂੰ ਸਮਝਣਾ ਚਾਹੀਦਾ, ਕਿਸਾਨਾਂ ਦੀਆਂ ਭਾਵਨਾਵਾਂ ਨੂੰ ਸਮਝਣਾ ਚਾਹੀਦਾ। ਜੋ ਸਟੇਜ ਲੱਗੀ ਹੋਈ ਹੈ ਉਹ ਸਟੇਜ ਦਾ ਜਲਵਾ ਬੜਾ ਅਜੀਬ ਹੈ। ਸਟੇਜ ਤੋਂ ਜਦੋਂ ਤੁਸੀਂ ਗੌਰ ਨਾਲ ਵੇਖਦੇ ਹੋ ਤਾਂ ਸਟੇਜ ਤੇ ਜਾ ਕੇ ਕਿਸਾਨਾਂ ਦੇ ਵਿੱਚ ਬਹਿਣ ਵਾਲਾ ਤੇ ਸਟੇਜ ਤੇ ਬੋਲਣ ਵਾਲਾ ਜਿੰਨੇ ਵਿਅਕਤੀ ਆਉਂਦੇ ਨੇ, ਉਹਨਾਂ ਵਿੱਚੋਂ ਜਿੰਨੀ ਕੁ ਮੇਰੀ ਜਾਣਕਾਰੀ ਹੈ 10 ਬੰਦੇ ਅਗਰ ਬੋਲਦੇ ਨੇ ਤਾਂ 5-6 ਉਹ ਹੁੰਦੇ ਨੇ ਜੋ ਬੜੇ ਪ੍ਰੋਮੀਨੈਂਟ ਲੋਕ ਨੇ ਪੰਜਾਬ ਦੇ, ਜਿਨ੍ਹਾਂ ਨੂੰ ਲੋਕ ਜਾਣਦੇ ਨੇ। ਕੋਈ ਲੇਖਕ ਨੇ, ਕੋਈ ਸ਼ਾਇਰ ਹੈ, ਕੋਈ ਗਾਇਕ ਹੈ, ਕੋਈ ਰਾਜਨੀਤੀਵਾਨ ਹੈ। ਹਾਲਾਂਕਿ ਰਾਜਨੀਤੀਵਾਨਾਂ ਨੂੰ ਬਹੁਤਾ ਸਮਾਂ ਨਹੀਂ ਦਿੱਤਾ ਗਿਆ, ਪਰ ਉਹ ਵੀ ਚੁੱਪ ਚਪੀਤੇ ਸੇਵਾ ਦੇ ਵਿੱਚ ਲੱਗੇ ਹੋਏ ਨੇ। ਕਿਸੇ ਨੇ ਵੀ ਅੱਗੇ ਹੋ ਕੇ ਇਸ ਸਾਰੇ ਪ੍ਰੋਗਰਾਮ ਨੂੰ ਹਾਈਜੈਕ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਮੈਂ ਦੱਸ ਦੇਵਾਂ ਕਿ ਮੇਰੀ ਉੱਥੇ ਮੌਜੂਦਗੀ ਦੇ ਵਿੱਚ ਇੱਕ ਸਟੇਜ ਦੇ ਉੱਪਰੋਂ ਇੱਕ ਵਿਅਕਤੀ ਨੇ ਕੰਗਣਾ ਰਣੌਤ ਦੇ ਖਿਲਾਫ ਕੁਝ ਲਫ਼ਜ਼ ਅਪਸ਼ਬਦ ਬੋਲ ਦਿੱਤੇ। ਉਸ ਤੋਂ ਉਸੇ ਵੇਲੇ ਮਾਈਕ ਫੜ ਲਿਆ ਗਿਆ ਔਰ ਉੱਥੇ ਬੈਠੇ ਮੌਜੂਦ ਲੋਕਾਂ ਤੋਂ ਮੁਆਫੀ ਮੰਗੀ ਗਈ। ਇਸ ਤਰ੍ਹਾਂ ਦਾ ਮਾਹੌਲ ਹੈ, ਇਸ ਤਰ੍ਹਾਂ ਦਾ ਅਨੁਸ਼ਾਸਨ ਹੈ। ਸਵੇਰ ਤੋਂ ਲੈ ਕੇ ਰਾਤ ਤੱਕ ਸਟੇਜ ਚੱਲਦੀ ਹੈ। 1, 1.5 ਜਾਂ 2 ਮਿੰਟ ਦਾ ਸਮਾਂ ਮਿਲਦਾ ਹੈ ਚੰਗੀ ਸ਼ਖਸੀਅਤਾਂ ਨੂੰ, ਔਰ ਫਟਾਫਟ ਕੰਮ ਚੱਲਦਾ ਹੈ ਤੇ ਸਿਫਾਰਿਸ਼ ਨਾਲ ਸਟੇਜ ਤੇ ਸਮਾਂ ਮਿਲਦਾ ਹੈ, ਬੇਨਤੀ ਕਰਨੀ ਪੈਂਦੀ ਹੈ। ਇਸ ਤਰ੍ਹਾਂ ਦਾ ਮਾਹੌਲ ਹੈ। ਕਿਸਾਨ ਜਿਸ ਨੂੰ ਇਕੱਲਾ ਸਮਝ ਕੇ ਬਹੁਤ ਵਾਰ ਇਸ ਦਾ ਗਲ ਘੁੱਟਿਆ ਗਿਆ, ਅੱਜ ਕਿਸਾਨ ਇਕੱਠਾ ਹੈ। ਇਹਨਾਂ ਨੂੰ ਦੇਖ ਕੇ ਘੱਟੋ ਘੱਟ ਮੈਨੂੰ ਬਹੁਤ ਖੁਸ਼ੀ ਹੋਈ ਹੈ। ਬੜੀ ਚੰਗੀ ਗੱਲ ਹੈ ਕਿ ਕਿਸਾਨ ਇਸ ਸੰਘਰਸ਼ ਨੂੰ ਕੋਈ ਹੋਰ ਰੰਗਤ ਨਹੀਂ ਦੇਣਾ ਚਾਹੁੰਦੇ ਜੀ। ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸਰ ਚਰਚਾ ਹੋ ਰਹੀ ਹੈ ਕਿ ਐਡਾ ਵੱਡਾ ਅੰਦੋਲਨ ਕਦੇ ਪਹਿਲਾਂ ਦੇਖਣ ਨੂੰ ਨਹੀਂ ਮਿਲਿਆ, ਉਹ ਵੀ ਆਪਣੇ ਹੱਕਾਂ ਦੀ ਖਾਤਰ। ਵਿਦੇਸ਼ਾਂ 'ਚ ਅਖਬਾਰਾਂ 'ਚ ਵੀ ਇਹ ਚੀਜ਼ ਮੈਂਸ਼ਨ ਕੀਤੀ ਗਈ ਆ। ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ? ਹੋ ਸਕਦਾ ਹੈ ਜੀ ਹੋਏ ਹੋਣ ਕਿਤੇ ਅੰਦੋਲਨ, ਸ਼ਾਇਦ ਆਜ਼ਾਦੀ ਵੇਲੇ ਅੰਦੋਲਨ ਇਸ ਤੋਂ ਵੱਡੇ ਹੋਏ ਹੋਣ, ਪਰ ਬਹੁਤ ਵੱਡਾ ਅੰਦੋਲਨ ਹੈ। ਅਗਰ ਉੱਥੇ ਗੱਲ ਕਰੀਏ ਤਾਂ ਮੌਜੂਦਾ ਧਰਤੀ ਦੇ ਉੱਪਰ ਜਿੱਥੋਂ ਸ਼ੁਰੂ ਹੁੰਦਾ ਹੈ, ਨਾਕੇ ਲੱਗੇ ਹੋਏ ਨੇ ਪੁਲਿਸ ਦੇ, ਔਰ ਪੁਲਿਸ ਜਿਹੜੀ ਹੈ ਉਹ ਹਰਿਆਣੇ ਦੀ ਪੁਲਿਸ ਹੈ, ਉਹ ਟ੍ਰੈਫਿਕ ਨੂੰ ਡਿਵਰਟ ਕਰੀ ਜਾ ਰਹੀ ਕਿ ਅੱਗੇ ਸੜਕ ਬੰਦ ਹੈ, ਤੁਸੀਂ ਜਾਂ ਇਸ ਪਾਸੇ ਨੂੰ ਚਲੇ ਜਾਓ ਜਾਂ ਇਸ ਪਾਸੇ ਨੂੰ ਚਲੇ ਜਾਓ। ਤੇ ਜਦੋਂ ਦੇਖਦੇ ਨੇ ਕੋਈ ਪੰਜਾਬ ਨੰਬਰ ਗੱਡੀ ਹੈ, ਕੋਈ ਪਗੜੀ ਧਾਰੀ ਬੈਠਾ ਹੋਇਆ ਹੈ ਤੇ ਇਸ ਦੀ ਗੱਡੀ ਤੇ ਝੰਡੀ ਲੱਗੀ ਹੋਈ ਹੈ ਕਿਸਾਨਾਂ ਦੀ, ਉਹ ਦੂਰੋਂ ਹੀ ਬੈਰੀਕੇਡ ਪਰੇ ਕਰ ਦਿੰਦੇ ਨੇ, ਕਹਿੰਦੇ ਕਿ ਤੁਸੀਂ ਲੰਘ ਆਓ। ਔਰ ਇਸ ਤਰ੍ਹਾਂ ਦਾ ਮਾਹੌਲ ਹੈ। ਇਹ ਵਾਕਿਆ ਹੀ ਬਹੁਤ ਵੱਡਾ ਇਕੱਠ ਹੈ। ਗਿਣਤੀ ਮਿਣਤੀ ਦਾ ਕੋਈ ਅੰਦਾਜ਼ਾ ਨਹੀਂ, ਕਿੰਨੇ ਕੋ ਲੰਗਰ ਚੱਲ ਰਹੇ ਨੇ, ਕਿੰਨੇ ਲੋਕ ਗਏ ਹੋਣਗੇ ਔਰ ਕਿਸ ਤਰ੍ਹਾਂ ਦਾ ਉੱਥੇ ਮਾਹੌਲ ਬਣਿਆ, ਇਹ ਉੱਥੇ ਜਾ ਕੇ ਹੀ ਪਤਾ ਲੱਗਦਾ। ਦੂਸਰੀ ਗੱਲ ਮੈਂ ਇਹ ਦੱਸ ਦੇਵਾਂ ਜਿਹੜੀ ਮੈਂ ਪਹਿਲਾਂ ਕੀਤੀ ਸੀ ਕਿ ਮੇਲੇ ਵਾਲਾ ਮਾਹੌਲ ਨਹੀਂ ਹੈ, ਸੰਘਰਸ਼ ਹੈ। ਇਹ ਗੱਲ ਯਾਦ ਰੱਖਣ ਦੀ ਲੋੜ ਹੈ। ਉੱਥੇ ਹਾਂਜੀ ਜਲੌ ਹੈ ਉਸ ਦਾ, ਪਰ ਉਹ ਕੋਈ ਸਟੇਜ ਤਿਆਰ ਨਹੀਂ ਸੀ ਕੀਤੀ ਗਈ। 2 ਮਹੀਨੇ ਪਹਿਲਾਂ ਜਾਂ 6 ਮਹੀਨੇ ਪਹਿਲਾਂ ਤਿਆਰੀ ਕੀਤੀ ਜਾਂਦੀ ਹੈ। ਇੰਨੀ ਵੱਡੀ ਸਟੇਜ ਤੇ ਇੰਨੇ ਲੋਕਾਂ ਨੇ ਇਕੱਤਰ ਹੋਣਾ ਹੋਵੇ ਤਾਂ ਸਾਲ ਪਹਿਲਾਂ ਤਿਆਰੀਆਂ ਹੁੰਦੀਆਂ ਨੇ। ਹੋਲੇ ਮਹੱਲੇ ਦਾ ਇਕੱਠ ਹੁੰਦਾ, ਤੁਹਾਨੂੰ ਪਤਾ ਕਿਸ ਤਰ੍ਹਾਂ ਤਿਆਰੀਆਂ ਹੁੰਦੀਆਂ ਨੇ। ਹਰ ਚੀਜ਼ ਦਾ ਪ੍ਰਬੰਧ ਕੀਤਾ ਜਾਂਦਾ ਹੈ। ਉੱਥੇ ਬਹੁਤ ਪ੍ਰਬੰਧ ਨਹੀਂ ਹੈ, ਪਰ ਕਿਸਾਨਾਂ ਨੇ ਮਿੰਟੋ ਮਿੰਟੀ ਪ੍ਰਬੰਧ ਕਰ ਲਿਆ। ਸੇਵਾ ਭਾਵਨਾ ਨਾਲ ਕੰਮ ਹੋ ਰਿਹਾ। ਪਰ ਉੱਥੇ ਹਾਲਾਤ ਇਹ ਨੇ ਕਿ ਜਿਵੇਂ ਕਿ ਦਿੱਲੀ 'ਚ ਤੁਹਾਨੂੰ ਪਤਾ ਕਿ ਪੋਲੂਸ਼ਨ ਬਹੁਤ ਹੁੰਦੀ ਹੈ। ਮੈਂ ਸਵਾਲ ਉੱਥੇ ਵੀ ਪੁੱਛਿਆ ਸੀ ਕਿਸੇ ਨੂੰ ਕਿ ਤੁਸੀਂ ਹਰ ਵਾਰ ਰੌਲਾ ਪਾਉਂਦੇ ਹੋ ਕਿ ਪੰਜਾਬ ਦੀ ਪਰਾਲੀ ਦਾ ਧੂੰਆਂ ਤੇ ਬੜੀ ਛੇਤੀ ਪਹੁੰਚਦਾ ਹੈ। ਪਰਾਲੀ ਦਾ ਕੰਮ ਤੇ ਕਦੋਂ ਦਾ ਖਤਮ ਹੋ ਗਿਆ? ਦਸੰਬਰ ਮਹੀਨਾ ਆ ਗਿਆ ਤੇ ਆਹ ਧੂੰਆਂ ਕਾਹਦਾ ਹੈ ਜਿਹੜਾ ਇਸ ਵੇਲੇ ਹੈ ਚੜਿਆ ਹੋਇਆ ਅਸਮਾਨ ਦੇ ਵਿੱਚ? ਕੋਈ ਜਵਾਬ ਨਹੀਂ ਸੀ ਉਹਨਾਂ ਕੋਲ। ਗੰਦਗੀ ਹੈ ਬਹੁਤ, ਪੋਲੂਸ਼ਨ ਬਹੁਤ ਹਾਈ ਲੈਵਲ ਦੀ ਆ ਉੱਥੇ। ਇਹ ਮੈਂ ਦੱਸ ਦੇਵਾਂ, ਜਿਹੜੇ ਕਿਸਾਨ ਉੱਥੇ ਇੰਨੇ 11-12 ਦਿਨਾਂ ਤੋਂ ਉੱਥੇ ਮੌਜੂਦ ਨੇ, ਜਿਹੜਾ ਉਹਨਾਂ ਦੇ ਟਰੈਕਟਰ ਟਰਾਲੀਆਂ ਨੇ ਜਾਂ ਗੱਡੀਆਂ ਜਿਹੜੀਆਂ ਉੱਥੇ ਖੜੀਆਂ ਨੇ, ਜਿਨ੍ਹਾਂ ਤੇ ਕੱਪੜਾ ਨਹੀਂ ਫੇਰਿਆ ਗਿਆ, ਉਹਨਾਂ ਤੇ ਚੱਪਾ ਮਿੱਟੀ ਜਮੀ ਹੋਈ ਹੈ। ਇਹ ਗੱਲ ਯਾਦ ਰੱਖਣ ਵਾਲੀ ਹੈ। ਸੜਕ ਤੇ ਸੌਣਾ ਪੈਂਦਾ ਹੈ, ਉਸੇ ਸੜਕ ਤੇ ਪੈਦਲ ਲੋਕ ਜਾ ਰਹੇ ਨੇ ਲਾਗਿਓਂ ਦੀ, ਉਹਨਾਂ ਦੇ ਪੈਰਾਂ ਨਾਲ ਘੱਟਾ ਮਿੱਟੀ ਉੱਡ ਕੇ ਉਹਨਾਂ ਦੇ ਮੂੰਹ ਤੇ ਪੈ ਰਿਹਾ। ਔਰ ਕਿਸ ਤਰ੍ਹਾਂ ਦਾ ਜੀਵਨ ਹੈ, ਕੋਈ ਸ਼ੁਗਲ ਮੇਲਾ ਨਹੀਂ ਹੈ। ਇਹ ਮੈਂ ਫਿਰ ਦੱਸ ਦੇਵਾਂ, ਪਰ ਇਹ ਵਾਕਿਆ ਹੀ ਬਹੁਤ ਵੱਡਾ ਅੰਦੋਲਨ ਹੈ। ਇਤਿਹਾਸ ਵਿੱਚ ਮੇਰੀ ਸੁਰਤ ਦੇ ਵਿੱਚ ਇਸ ਤਰ੍ਹਾਂ ਦਾ ਅੰਦੋਲਨ ਪੰਜਾਬ ਦੇ ਵਿੱਚ ਨਹੀਂ ਹੋਇਆ। ਜੀ ਅਸੀਂ ਕਹੀਏ ਕਿ ਕਿਸਾਨਾਂ ਨੇ ਸਰਕਾਰ ਦੀ ਤੇ ਪ੍ਰਸ਼ਾਸਨ ਦੀਆਂ ਗੋਡਣੀਆਂ ਲਵਾਤੀਆਂ ਨੇ ਤੇ ਕੋਈ ਅਤਕਥਨੀ ਨਹੀਂ ਹੋਵੇਗੀ। ਗੋਡਣੀਆਂ ਲਫ਼ਜ਼ ਹੋ ਸਕਦਾ ਜੀ ਲੱਗੀਆਂ ਵੀ ਹੋਣ, ਪਰ ਜਿਸ ਤਰ੍ਹਾਂ ਦਾ ਐਟੀਚਿਊਡ ਦਿਖਾਇਆ ਸਰਕਾਰ ਨੇ। ਪਹਿਲਾਂ ਤੇ ਕਿਸਾਨ ਗਏ, ਜਦੋਂ ਪੰਜਾਬ ਤੋਂ ਗਏ ਸੀ ਮੀਟਿੰਗ ਕਰਨ, ਤੇ ਸੈਕਟਰੀ ਲੈਵਲ ਦੇ, ਸਕੱਤਰ ਲੈਵਲ ਦੇ ਬੰਦੇ ਇਹਨਾਂ ਦੇ ਮੱਥੇ ਮਾਰ ਦਿੱਤੇ। ਉਹਨਾਂ ਨੇ ਕੋਈ ਗੱਲ ਨਾ ਕੀਤੀ। ਫਿਰ ਪੀਯੂਸ਼ ਗੋਇਲ ਜੀ ਨਾਲ ਉਹ ਕਹਿੰਦੇ ਸਾਨੂੰ ਸੁਰੱਖਿਆ ਦਿਓ।
ਜਿਵੇਂ ਕਿਸਾਨਾਂ ਨੇ ਕੋਈ ਤੋਪਾਂ ਫੜੀਆਂ ਹੋਣ, ਰੇਲਾਂ ਨੂੰ ਕੀ ਕਰਨ ਲੱਗੇ ਸੀ ਕਿਸਾਨ। ਔਰ ਉਸ ਤੋਂ ਬਾਅਦ ਫਿਰ ਨਰਿੰਦਰ ਤੋਮਰ ਜੀ ਨਿਕਲ ਕੇ ਆਏ, ਫਿਰ ਸੋਮ ਪ੍ਰਕਾਸ਼ ਜੀ ਵੀ ਅੱਗੇ ਆਏ, ਉਹ ਕੁਝ ਬਿਆਨ ਦੇਣ ਲੱਗੇ, ਉਹਨਾਂ ਨੂੰ ਵੀ ਖਿੱਚੋਤਾਣ ਹੋਈ। ਪਰ ਓਵਰਆਲ ਹੁਣ ਜਿਹੜੀ ਸਥਿਤੀ ਹੈ, ਹਾਲੇ ਤੱਕ ਅਮਿਤ ਸ਼ਾਹ ਦੇ ਕੰਨਾਂ ਤੇ ਜ਼ਰੂਰ ਖਾਜ ਹੋਈ ਹੈ, ਪਰ ਮੋਦੀ ਜੀ ਇਸ ਬਾਰੇ ਕਦੋਂ ਕਿਸਾਨਾਂ ਦੇ ਰੂਬਰੂ ਹੋਣਗੇ ਇਹ ਅਜੇ ਪਤਾ ਨਹੀਂ। ਮੈਂ ਇਸ ਕਰਕੇ ਕਹਿ ਨਹੀਂ ਸਕਦਾ ਵੀ ਸਰਕਾਰ ਦੀਆਂ ਗੋਡਣੀਆਂ ਲੱਗੀਆਂ ਹੋਈਆਂ ਨੇ। ਬਹੁਤ ਜ਼ਿਆਦਾ ਅੜੀਅਲ ਰਵੱਈਆ ਹੈ ਭਾਜਪਾ ਸਰਕਾਰ ਦਾ। ਜੀ ਜੀ, ਵੇਲਾ ਹੋ ਗਿਆ ਇਸ ਵੇਲੇ ਬ੍ਰੇਕ ਦਾ, ਤੇ ਬ੍ਰੇਕ ਤੋਂ ਬਾਅਦ ਜਲਦ ਹਾਜ਼ਰ ਹੋਵਾਂਗੇ। ਬ੍ਰੇਕ ਤੋਂ ਬਾਅਦ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ। ਪ੍ਰੋਗਰਾਮ ਹੈ ਜੀ ਵਿਚਾਰ ਚਰਚਾ। ਰੁੱਖ ਕਰਦੇ ਹਾਂ ਗੁਰਵੀਰ ਸਿੰਘ ਚੌਟਾਲਾ ਜੀ ਵੱਲ, ਜੋ ਕਿ ਕਿਸਾਨ ਨੇ, ਵਕੀਲ ਨੇ ਅਤੇ ਡਾਇਰੈਕਟਰ ਨੇ ਮੰਡੀ ਬੋਰਡ ਦੇ। ਸਵਾਗਤ ਹੈ ਸਰ ਤੁਹਾਡਾ। ਸਰ, ਪਹਿਲਾ ਸਵਾਲ ਮੇਰਾ ਤੁਹਾਨੂੰ ਇਹ ਹੈ ਕਿ ਮੰਡੀ ਬੋਰਡ ਦੇ ਕੀ ਕੰਮ ਨੇ? ਪੰਜਾਬ ਮੰਡੀ ਬੋਰਡ ਇੱਕ ਜਿਹੜਾ ਪੰਜਾਬ ਦਾ ਅਹਿਮ ਅਦਾਰਾ ਹੈ, ਅਹਿਮ ਬੋਰਡ ਹੈ, ਜਿਹੜਾ ਐਗਰੀਕਲਚਰਲ ਪ੍ਰੋਡਿਊਸ ਮਾਰਕੀਟਿੰਗ ਕਮੇਟੀ ਐਕਟ ਦੇ ਅੰਡਰ ਖੇਤੀਬਾੜੀ ਦੇ ਨਾਲ ਸੰਬੰਧਿਤ ਬੋਰਡ ਹੈ। ਇਸ ਦੇ ਵਿੱਚ ਬੀਇੰਗ ਏ ਡਾਇਰੈਕਟਰ ਸਾਡਾ ਕੰਮ ਹੈ ਪੰਜਾਬ ਦੇ ਵਿੱਚ ਜਿਹੜੇ ਆ ਬੋਰਡ ਆਫ ਡਾਇਰੈਕਟਰਸ ਦੀ ਸਾਡੇ ਚੇਅਰਮੈਨ ਸਰਦਾਰ ਲਾਲ ਸਿੰਘ ਜੀ ਨੇ, ਸਾਬਕਾ ਕੈਬਨਿਟ ਮੰਤਰੀ ਨੇ, ਉਹਨਾਂ ਦੀ ਅਗਵਾਈ ਦੇ ਵਿੱਚ ਬੀਇੰਗ ਜਿਹੜੇ ਆ ਸਾਰੇ ਅਸੀਂ ਬੋਰਡ ਆਫ ਡਾਇਰੈਕਟਰ ਨੇ ਜੋ ਡਿਵੈਲਪਮੈਂਟ ਦੇ ਕੰਮ ਹੈ ਉਹਨਾਂ ਦੇ ਉੱਪਰ ਵਿਚਾਰ ਚਰਚਾ ਕਰਕੇ ਆਪਣੀ ਮੀਟਿੰਗ ਦੇ ਵਿੱਚ ਮੰਡੀਆਂ ਦੇ ਵਿੱਚ ਡਿਵੈਲਪਮੈਂਟ ਕੀ ਹੋਣੀ ਆ ਉਹ ਕਰਨੀ ਆ। ਉਸ ਤੋਂ ਬਾਅਦ ਜਿਹੜੇ ਆ ਜਿੱਥੇ ਜਿੱਥੇ ਵੀ ਖੇਤੀਬਾੜੀ ਕਿਸਾਨ ਹੈ, ਕਿਸਾਨ ਦੀਆਂ ਸਮੱਸਿਆਵਾਂ ਕੀ ਨੇ, ਉਹਨਾਂ ਦੇ ਵਿਚਾਰ ਚਰਚਾ ਕਰਕੇ ਉਹਨਾਂ ਨੂੰ ਲਾਗੂ ਕਰਨਾ। ਜਿਹੜਾ ਮੰਡੀ ਬੋਰਡ ਹੈ ਪੰਜਾਬ ਦੇ ਵਿੱਚ, ਇਹਦਾ ਇੱਕ ਬਹੁਤ ਵਿਸ਼ੇਸ਼ ਯੋਗਦਾਨ ਹੈ, ਖੇਤੀਬਾੜੀ ਦੇ ਨਾਲ ਜੁੜਿਆ ਹੋਇਆ ਅਦਾਰਾ ਆ। ਅਤੇ ਜੋ ਸਾਡੀਆਂ ਮਾਰਕੀਟ ਕਮੇਟੀਜ਼ ਨੇ, ਜੋ ਇਹਦੇ ਨਾਲ ਸੰਬੰਧਿਤ ਸਾਡੀਆਂ ਖੇਤੀਬਾੜੀ ਦੀਆਂ ਜਿੱਥੇ ਵੀ ਵਸਤੂਆਂ ਨੇ, ਉਹਨਾਂ ਦੇ ਵਿੱਚ ਕਿਸਾਨ ਨੂੰ ਕੀ ਸਮੱਸਿਆਵਾਂ ਆਉਂਦੀਆਂ ਨੇ, ਉਹਨਾਂ ਨੂੰ ਦੂਰ ਕਿਵੇਂ ਕਰਨਾ, ਇਹ ਜਿਹੜੀ ਆ ਇੱਕ ਬੀਇੰਗ ਏ ਡਾਇਰੈਕਟਰ ਬੋਰਡ ਆਫ ਡਾਇਰੈਕਟਰਸ ਦੀ ਜ਼ਿੰਮੇਵਾਰੀ ਹੁੰਦੀ ਹੈ। ਅਸੀਂ ਜਿਹੜੇ ਚੇਅਰਮੈਨ ਸਾਹਿਬ ਅਤੇ ਬਾਕੀ ਜਿਹੜੇ ਸਾਡੇ IAS ਅਧਿਕਾਰੀ ਨੇ, ਸੈਕਟਰੀ ਨੇ, ਹੋਰ ਸਾਰੇ ਆ, ਉਹਨਾਂ ਦੇ ਨਾਲ ਜਿਹੜੀ ਆ ਕਰਕੇ ਵਿਚਾਰ ਮਸ਼ਵਰਾ ਡਿਸਕਸ ਕਰਕੇ ਤੇ ਉਹਨਾਂ ਨੂੰ ਸਮੇਂ-ਸਮੇਂ ਤੇ ਵਿਚਾਰਦੇ ਰਹਿੰਦੇ ਆ। ਸਰ, ਮਾਰਕੀਟ ਫੀਸ ਜਿਹੜੀ ਮੰਡੀ ਬੋਰਡ ਨੂੰ ਮਿਲਦੀ ਹੈ, ਹਾਂਜੀ, ਉਹਨੂੰ ਜਿਹੜਾ ਮੰਡੀ ਬੋਰਡ ਆ ਕਿੱਥੇ ਖਰਚਦਾ ਹੈ? ਜਿਹੜੀ ਸਾਡੇ 2019-2020 ਦੇ ਵਿੱਚ ਜਿਹੜੀ ਆ ਰੂਰਲ ਡਿਵੈਲਪਮੈਂਟ ਫੀਸ ਆਈ ਸੀਗੀ 1813 ਕਰੋੜ ਤੇ ਇਸੇ ਤਰ੍ਹਾਂ ਜਿਹੜੀ ਆ ਮਾਰਕੀਟ ਫੀਸ ਜਿਹੜੀ ਆ ਉਹ ਆਈ ਸੀ 1813 ਕਰੋੜ। 3626 ਕਰੋੜ ਜਿਹੜਾ ਆ ਉਹ ਸਾਡੇ ਪਿਛਲੇ 2019 ਤੋਂ 2020 ਦੇ ਵਿੱਚ ਜਿਹੜਾ ਅਦਾਰੇ ਦੀ ਜਿਹੜੀ ਇਨਕਮ ਆ, ਇਹ ਜਿਹੜੀ ਆ ਪੰਜਾਬ ਦੇ ਵਿੱਚ 71,000 ਕਿਲੋਮੀਟਰ ਸੜਕਾਂ ਨੇ। ਉਹਨਾਂ ਦੇ ਉੱਪਰ ਜਦੋਂ ਸੜਕਾਂ ਬਣਾਉਣੀਆਂ ਉਹਨਾਂ ਦੀ ਰਿਪੇਅਰ ਵਰਕਸ 'ਤੇ ਲੱਗਦੀ ਹੈ। ਮੰਡੀਆਂ ਦੇ ਯਾਰਡ ਨੇ, ਉਹਦੇ ਮੰਡੀਆਂ ਦੇ ਵਿੱਚ ਜਿਹੜੀ ਡਿਵੈਲਪਮੈਂਟ ਦੇ ਕੰਮ ਆ। ਉਸ ਤੋਂ ਇਲਾਵਾ ਜਿਹੜੇ ਕਿਤੇ ਵੀ ਜਿੱਦਾਂ ਪਿਛਲੇ ਸਮੇਂ ਦੇ ਵਿੱਚ ਕਰੋਨਾ ਟਾਈਮ ਦੇ ਵਿੱਚ ਮੰਡੀਕਰਨ ਨੂੰ ਲੈ ਕੇ ਪੰਜਾਬ ਸਰਕਾਰ, ਸਾਡੇ ਮੁੱਖ ਮੰਤਰੀ ਸਾਹਿਬ ਕੈਪਟਨ ਅਮਰਿੰਦਰ ਜੀ ਵੱਲੋਂ ਜਿਹੜੀਆਂ ਹਦਾਇਤਾਂ ਜਾਰੀ ਕੀਤੀਆਂ ਸੀ, ਉਹਦੇ ਵਿੱਚ ਸੈਨੀਟਾਈਜੇਸ਼ਨ ਪ੍ਰਬੰਧ ਆਏ ਆ। ਉਸ ਦੇ ਵਿੱਚ ਜਿਹੜੇ ਸੰਬੰਧਿਤ ਕੰਮ ਆ, ਕਿਸਾਨ ਦੀ ਫਸਲ ਨੂੰ ਚੱਕਣਾ, ਉਹਦੇ ਨਾਲ ਜਿਹੜਾ ਆ ਕੋਈ ਵੀ ਜਿੱਥੇ ਇਨਵੈਸਟਮੈਂਟ ਦੀ ਲੋੜ ਹੈ, ਇਹ ਫੀਸਾਂ ਜਿਹੜੀਆਂ ਆ ਸਾਡੀ ਮੰਡੀ ਬੋਰਡ ਦੀ ਜਿਹੜੀ ਇਨਕਮ ਆ ਉਹ ਕਿਸਾਨੀ ਤੇ ਹੀ ਤੇ ਕਿਸਾਨ ਸੰਬੰਧਿਤ ਜਿਹੜੇ ਆ ਉਹ ਅਦਾਰੇ ਆ ਉਹਨਾਂ ਤੇ ਹੀ ਲੱਗਦੀ ਹੈ ਜੀ। ਜੀ, ਸਾਡੇ ਦਰਸ਼ਕਾਂ ਨੂੰ ਤੁਸੀਂ ਇਹ ਦੱਸੋ ਕਿ ਜਿਹੜੇ ਮੋਦੀ ਜੀ ਨੇ 3 ਆਰਡੀਨੈਂਸ ਬਣਾਏ ਨੇ, ਖੇਤੀ ਬਿੱਲ ਪਾਸ ਕੀਤੇ ਨੇ, ਉਹਨਾਂ ਬਾਰੇ ਮੰਡੀ ਬੋਰਡ ਦਾ ਕੀ ਸਟੈਂਡ ਹੈ? ਮੰਡੀ ਬੋਰਡ ਦੇ ਕੋਲ ਸਾਡੀ ਪਿਛਲੀ ਮੀਟਿੰਗ ਦੇ ਵਿੱਚ ਇੱਕ ਪ੍ਰਪੋਜ਼ਲ ਏਜੰਡਾ ਅਸੀਂ ਪਹਿਲਾਂ ਹੀ ਜਿਸ ਵੇਲੇ ਇਹ ਆਰਡੀਨੈਂਸ ਜਾਰੀ ਹੋਏ ਆ, ਅਸੀਂ ਉਹਨਾਂ ਦੇ ਉੱਪਰ ਵਿਚਾਰ ਚਰਚਾ ਕਰਕੇ ਬੋਰਡ ਆਫ ਡਾਇਰੈਕਟਰ ਨੇ ਇਹਨਾਂ ਦੇ ਉੱਪਰ ਜਿਹੜਾ ਇਹਨਾਂ ਦੇ ਖਿਲਾਫ ਲਿਖ ਕੇ CM ਸਾਹਿਬ ਨੂੰ ਤੇ ਜਿਹੜਾ ਮੰਡੀ ਬੋਰਡ ਨੇ ਇੱਕ ਏਜੰਡਾ ਸਾਡਾ ਪ੍ਰਪੋਜ਼ਡ ਹੋਇਆ ਸੀ, ਉੱਤੇ ਵਿਚਾਰ ਮਸ਼ਵਰਾ ਹੋਇਆ ਤੇ ਜਿਹੜੇ ਇਹਦੇ ਡਰਾਬੈਕਸ ਆ ਉਹ ਸਾਰੇ ਉਹਨਾਂ ਨੂੰ ਡਿਸਕਸ ਕਰਕੇ ਸਾਡੀ 14 ਸਤੰਬਰ 2020 ਦੀ ਮੀਟਿੰਗ ਸੀਗੀ ਬੋਰਡ ਆਫ ਡਾਇਰੈਕਟਰਸ ਦੀ ਜੀ। ਉਹਦੇ ਵਿੱਚ ਅਸੀਂ ਇਹ ਸਾਰਾ ਕੁਝ ਡਿਸਕਸ ਕਰਕੇ ਤੇ ਇਹਨਾਂ ਦੇ ਖਿਲਾਫ ਜਿਹੜਾ ਆ ਵੀ ਇਸ ਦੇ ਨਾਲ ਮੰਡੀ ਬੋਰਡ ਨੂੰ ਬਹੁਤ ਵੱਡਾ ਆਰਥਿਕ ਘਾਟਾ, ਆਰਥਿਕ ਨੁਕਸਾਨ ਹੋਵੇਗਾ, ਇਹ ਜਿਹੜਾ ਆ ਕਿਸਾਨਾਂ ਦੇ ਮੰਡੀ ਬੋਰਡ ਦੇ ਹਿੱਤ ਦੇ ਵਿੱਚ ਕਾਨੂੰਨ ਨਹੀਂ ਗਏ। ਇਸ ਕਰਕੇ ਅਸੀਂ ਇਹਨਾਂ ਦੇ ਖਿਲਾਫ ਜਿਹੜਾ ਆ ਆਪਣਾ ਏਜੰਡਾ ਪਾ ਕੇ ਭੇਜ ਚੁੱਕੇ ਹਾਂ ਜੀ। ਜਿਹੜਾ ਕੇਂਦਰ ਸਰਕਾਰ ਨੇ ਪੰਜਾਬ ਦਾ ਦਿਹਾਤੀ ਵਿਕਾਸ ਫੰਡ ਰੋਕਿਆ, ਕੀ ਉਹ ਮੰਡੀ ਬੋਰਡ ਦਾ ਪੈਸਾ? ਉਹ ਪੈਸਾ ਜਿਹੜਾ ਆ ਐਗਰੀਕਲਚਰਲ ਪ੍ਰੋਡਿਊਸ ਦੇ ਵਿੱਚ ਜਿਹੜਾ ਆ 3% ਜਿਹੜੀ ਆ ਸਾਡੇ ਫਸਲ ਹੈ FCI ਦੇ ਕੋਲ ਜਿਹੜੀ ਆ ਉਹਦੇ ਵਿੱਚੋਂ 3% ਕੱਟ ਕੇ ਜਿਹੜਾ ਆ ਉਹ ਵਾਪਸ ਆਉਣਾ ਹੁੰਦਾ ਆ। ਉਹਦਾ ਕੰਮ ਜਿਹੜਾ ਆ ਖੇਤੀਬਾੜੀ ਦੇ ਨਾਲ ਜੇ ਕਿਤੇ ਘਾਟਾ ਪੈਂਦਾ, ਕਿਤੇ ਖੇਤੀਬਾੜੀ ਵਸਤੂਆਂ ਦੇ ਵਿੱਚ ਜਾਂ ਖੇਤੀਬਾੜੀ ਦੇ ਸੰਬੰਧਿਤ ਨੁਕਸਾਨ ਨੂੰ ਭਰਪਾਈ ਕਰਨਾ ਹੁੰਦਾ ਹੈ। ਇੱਕ ਉਹ ਕਿਸਾਨ ਦਾ ਹੀ ਪੈਸਾ ਆ, ਚਾਹੇ ਇੰਪਲੀਮੈਂਟ ਮੰਡੀ ਬੋਰਡ ਦੇ ਥਰੂ ਹੋਵੇ ਚਾਹੇ ਕਿਸੇ ਦੇ ਥਰੂ ਹੋਵੇ, ਪਰ ਉਹ ਜਿਹੜਾ ਪੈਸਾ ਆ ਉਹ ਕਿਸਾਨ ਦਾ ਹੀ ਪੈਸਾ, ਕਿਸਾਨ ਦੀਆਂ ਲੋੜਾਂ ਤੇ ਲਾਉਣੇ ਵਾਲਾ ਪੈਸਾ ਹੀ, ਜਿਹੜਾ ਕਿ ਇਹਨਾਂ ਨੇ ਤਾਨਾਸ਼ਾਹੀ ਰਵੱਈਏ ਦੇ ਨਾਲ ਕੋਈ ਛੋਟੇ ਬਹਾਨੇ ਯੂਟੀਲਾਈਜੇਸ਼ਨ ਦਾ ਦੱਸ ਕੇ ਕਿ ਵੀ ਤੁਸੀਂ ਪਹਿਲਾਂ ਯੂਟੀਲਾਈਜੇਸ਼ਨ ਕਲੀਅਰ ਕਰੋ, ਅਸੀਂ ਕਰਨ ਨੂੰ ਤਿਆਰ ਹਾਂ, ਪਰ ਤੁਸੀਂ ਰੋਕਦੇ ਕਿਉਂ ਆ? ਇਹ ਜਿਹੜਾ ਆ ਇਹ ਸਿਰਫ ਇੱਕ
ਡਰਾਮੈਟਿਕ ਟੈਕਸ ਹੈਗੇ ਆ ਸੈਂਟਰ ਗਵਰਨਮੈਂਟ ਦੇ, ਸਿਰਫ ਉਹ ਵੀ ਸਨੱਬ ਕਰਨ ਨੂੰ ਤੇ ਜ਼ਿਮੀਂਦਾਰਾਂ ਨੂੰ ਪਰੇਸ਼ਾਨ ਕਰਨ ਲਈ। ਸਰ ਜੇ ਇੱਕ ਵਾਰੀ ਸੋਚ ਲਈਏ, ਮੰਨ ਲਈਏ ਕਿ ਜੇ ਮੋਦੀ ਸਰਕਾਰ ਜਾਂ ਕੇਂਦਰ ਸਰਕਾਰ ਆਪਣਾ ਅੜੀਅਲ ਰਵੱਈਆ ਅਖਤਿਆਰ ਕਰੀ ਰੱਖਦੀ ਆ, ਇਹ ਕਾਨੂੰਨ ਵਾਪਸ ਨਹੀਂ ਲੈਂਦੀ, ਤਾਂ ਮੰਡੀ ਬੋਰਡ ਦਾ ਕਿੰਨਾ ਨੁਕਸਾਨ ਹੋਊਗਾ? ਬਹੁਤ ਵੱਡਾ ਆਰਥਿਕ ਨੁਕਸਾਨ ਹੋਵੇਗਾ, ਕਿਉਂਕਿ ਜੇ ਮੰਡੀ ਬੋਰਡ ਹੈ ਤੇ ਆੜਤੀ ਆ ਤੇ ਤੋਲੇ ਨੇ, ਸਾਰਾ ਜਿਹੜਾ ਕਿਸਾਨ ਦਾ ਰਿਲੇਸ਼ਨ ਆ ਮੰਡੀ ਬੋਰਡ ਦੇ ਨਾਲ, ਮੰਡੀਆਂ ਦੇ ਨਾਲ। ਇਹ ਪਰ ਸਾਡੇ, ਮੈਂ ਇੱਥੇ ਦੱਸਣਾ ਚਾਹੁੰਦਾ ਵੀ ਜਿਹੜੇ ਆ ਸਾਡੀਆਂ ਅਮੈਂਡਮੈਂਟਸ ਹੈਗੀਆਂ ਪੰਜਾਬ ਸਰਕਾਰ ਦੁਆਰਾ, ਜਿਹੜੀ ਤਿੰਨੇ ਇਹਨਾਂ ਦੀਆਂ ਬਿੱਲਾਂ ਦੀਆਂ ਆਈਆਂ ਅਮੈਂਡਮੈਂਟ, ਉਹਨਾਂ ਦੇ ਉੱਪਰ ਚੱਲ ਰਿਹਾ ਆ, ਕਿਉਂਕਿ ਉਹ ਪਾਸ ਕਰਕੇ ਵਿਧਾਨ ਸਭਾ ਦੇ ਵਿੱਚ ਉਹ ਭੇਜ ਦਿੱਤੇ ਗਏ ਆ। ਜੇਕਰ ਸਾਨੂੰ ਬੜੀ ਆਸ ਹੈ ਕਿ ਵੀ ਇਸ ਵੇਲੇ ਪੰਜਾਬੀਆਂ ਦੀ, ਕਿਸਾਨਾਂ ਦੀ ਜਿਹੜੀ ਲੋੜ ਹੈ ਉੱਤੇ ਕੰਮ ਕਰਦੇ ਹੋਏ ਵੀ ਸਾਡਾ ਜਿਹੜਾ ਆ ਇਸ ਵੇਲੇ ਮੰਡੀ ਬੋਰਡ ਹੈ ਉੱਤੇ ਤਾਂ ਪਹਿਲਾਂ ਹੀ ਇਹਦੇ ਉੱਪਰ ਏਜੰਡਾ ਪਾਸ ਕਰ ਦਿੱਤਾ ਕਿ ਵੀ ਠੀਕ ਹੈ ਅਸੀਂ ਇਹਨੂੰ ਨਹੀਂ ਮੰਨਦੇ, ਜਾਂ ਅਸੀਂ ਇਹਦੇ, ਸਾਡਾ ਆਰਥਿਕ ਨੁਕਸਾਨ ਬਹੁਤ ਹੋਊਗਾ। ਪਰ ਕਿਤੇ ਨਾ ਕਿਤੇ ਜਿਹੜੀ ਆਸ ਹੈ ਕਿ ਵੀ ਅਸੀਂ ਆਪਣਾ ਮੰਡੀ ਬੋਰਡ ਨੂੰ ਜਿੰਦਾ ਰੱਖਣ ਦੇ ਲਈ ਜੋ ਹੋਰ ਵੀ ਕਾਨੂੰਨੀ ਕਾਰਵਾਈ ਦੀ ਲੋੜ ਹੋਈ ਤੇ ਉਹ ਅਸੀਂ ਆਪਣੇ ਚੇਅਰਮੈਨ ਸਾਹਿਬ ਨਾਲ ਡਿਸਕਸ ਕਰਕੇ ਜਿੱਥੇ ਵੀ ਲੋੜ ਹੋਈ ਉਹਨੂੰ ਆਪਾਂ ਪੈਰਵਾਈ ਕਰਦੇ ਰਵਾਂਗੇ। ਸਰ ਇੱਕ ਕਿਸਾਨ ਅਤੇ ਮੰਡੀ ਬੋਰਡ ਦੇ ਅਧਿਕਾਰੀ ਵਜੋਂ ਕੀ ਤੁਸੀਂ ਦਿੱਲੀ ਜਾ ਕੇ ਉੱਥੋਂ ਦੀ ਗਰਾਊਂਡ ਰਿਪੋਰਟ ਦਾ ਹਾਲ ਦੇਖਿਆ? ਬਿਲਕੁਲ ਜੀ, ਮੇਰਾ ਪਿਛਲਾ ਜਿਹੜਾ ਆ 2 ਮੇਰੇ ਚੱਕਰ ਵੱਜ ਚੁੱਕੇ ਦਿੱਲੀ, ਬਤੌਰ ਕਿਸਾਨ ਦਾ ਪੁੱਤ। ਉੱਥੇ ਕੋਈ ਮੰਡੀ ਬੋਰਡ ਦੀਆਂ ਜਿਹੜੀਆਂ ਸਮੱਸਿਆਵਾਂ ਉਹ ਵੀ ਡਿਸਕਸ ਹੁੰਦੀਆਂ ਆ, ਬਟ ਬਤੌਰ ਕਿਸਾਨ ਦੇ ਪੁੱਤਰ, ਕਿਉਂਕਿ ਅਸੀਂ ਪਹਿਲਾਂ ਪੇਸ਼ੇ ਦੇ ਵਜੋਂ ਵੀ ਪਹਿਲਾਂ ਕਿਸਾਨ, ਕਿਉਂਕਿ ਖੇਤੀਬਾੜੀ ਪੇਸ਼ਾ ਆ ਤੇ ਕਿਸਾਨਾਂ ਵਜੋਂ ਹੀ ਨੋਮੀਨੇਸ਼ਨ ਹੋਈ ਆ। ਕਿਸਾਨ ਵਜੋਂ ਜਾ ਕੇ ਉੱਥੇ ਦੇਖਿਆ ਜੋ ਜਜ਼ਬਾ ਸਾਡੇ ਨੌਜਵਾਨੀ ਦਾ, ਜੋ ਆਸ਼ੀਰਵਾਦ, ਜੋ ਸੰਜਮ ਸਾਡੇ ਬਜ਼ੁਰਗਾਂ ਦਾ, ਜੋ ਸਾਡੀਆਂ ਮਾਤਾਵਾਂ ਦਾ, ਭੈਣਾਂ ਦਾ, ਬੱਚਿਆਂ ਦਾ, ਇਹ ਜਜ਼ਬਾ ਇਤਿਹਾਸ ਦੁਹਰਾ ਹੋ ਗਿਆ ਆ। ਇਸ ਚੀਜ਼ ਦਾ ਕੋਈ ਅਤਿਕਥਨੀ ਨਹੀਂ ਹੋਵੇਗੀ, ਕਿਉਂਕਿ ਇਹ ਚੀਜ਼ਾਂ ਜਿਹੜੀਆਂ ਜਾ ਕੇ ਪਤਾ ਲੱਗਦੀਆਂ। ਮੈਂ ਤਾਂ ਆਪਣੇ ਹੋਰ ਵੀ ਸੋਸ਼ਲ ਮੀਡੀਆ ਦੇ ਰਾਹੀਂ ਬੇਨਤੀ ਕਰਦਾ ਸੀ ਨੌਜਵਾਨਾਂ ਨੂੰ ਕਿ ਉੱਥੇ ਵਾਹਿਗੁਰੂ ਦੀ ਕਿਰਪਾ ਇੰਨੀ ਆ, ਇਹ ਜਿਹੜਾ ਸੰਘਰਸ਼ ਆ, ਜਿੱਦਾਂ ਸਾਡੇ ਹੀਰ ਸਾਹਿਬ ਨੇ ਦੱਸਿਆ ਕਿ ਜਿਹੜਾ ਇਹ ਸੰਘਰਸ਼ ਆ ਕਿ ਵੀ ਇਹ ਬਹੁਤ ਤਗੜੇ ਲੈਵਲ ਤੇ ਲੜਿਆ ਜਾ ਰਿਹਾ, ਉੱਥੇ ਪਰੇਸ਼ਾਨੀਆਂ ਵੀ ਬਹੁਤ ਆ। ਇਹ ਆਪਾਂ ਇਸ ਚੀਜ਼ ਨੂੰ ਇਹ ਨਾ ਮੰਨ ਕੇ ਚੱਲੀਏ ਵੀ ਸੌਖਾ ਆ ਇੱਕ ਸੰਘਰਸ਼, 14 ਦਿਨ ਸੜਕਾਂ ਤੇ ਸੌਣਾ। ਫਿਰ ਚਲੋ ਪਰਮਾਤਮਾ ਦੀ ਕਿਰਪਾ ਹੈ ਕਿ ਵੀ ਜਿੱਥੇ ਪੰਜਾਬੀ ਕੌਮ ਨਾਲ ਸਾਡੇ ਹਰਿਆਣਾ, ਹੋਰ ਸਟੇਟਾਂ ਰਲ ਗਈਆਂ ਆ, ਉੱਥੇ ਸਾਡੇ NRI ਵੀਰ ਹੋ ਸਾਰਿਆਂ ਨੇ ਬਹੁਤ ਵੱਡਾ ਸਹਿਯੋਗ ਦਿੱਤਾ ਆ। ਪਰ ਇਹ ਜਿਹੜਾ ਅੜੀਅਲ ਰਵੱਈਆ, ਇਹਦੇ ਮੂਹਰੇ ਪੰਜਾਬੀਆਂ ਨੇ ਜੋ ਇੱਕ ਆਪਣੀ ਦ੍ਰਿੜਤਾ ਦਿਖਾਈ ਆ, ਇਹਨੂੰ ਜਾਰੀ ਰੱਖਣ ਦੀ ਸੰਜਮ ਨਾਲ ਲੋੜ ਆ, ਕਿਉਂਕਿ ਉੱਥੇ ਲੰਗਰ ਬਹੁਤ ਆ, ਵਾਹਿਗੁਰੂ ਦੀ ਕਿਰਪਾ ਦੇ ਨਾਲ ਬਹੁਤ ਵਧੀਆ ਚੱਲ ਰਿਹਾ। ਪਰ ਇਸ ਵੇਲੇ ਉੱਥੇ ਜਿੱਦਾਂ ਸਾਡੀਆਂ ਜਥੇਬੰਦੀਆਂ ਯੋਗ ਅਗਵਾਈ ਕਰ ਰਹੀਆਂ ਇੱਕ ਮੁੱਠ ਹੋ ਕੇ, ਉਹ ਇੱਕ ਮੁੱਠ ਹੋ ਕੇ ਯੋਗ ਅਗਵਾਈ ਦੀ ਲੋੜ ਆ, ਜਿਹੜੀ ਸਭ ਤੋਂ ਵੱਡੀ ਲੋੜ ਆ। ਕਿਉਂਕਿ ਪੰਜਾਬੀ ਤੇ ਜਦੋਂ ਕਿਤੇ ਵੀ ਟੇਬਲ ਟਾਕ ਦੇ ਵਿੱਚ ਆ ਜਿਹੜੀ ਗੱਲ ਆ, ਉਹਦੇ ਵਿੱਚ ਅਸੀਂ ਪਿੱਛੇ ਨਾ ਕਿਤੇ ਰਹਿ ਜਾਈਏ। ਉਹਦੇ ਲਈ ਸਾਨੂੰ ਇਕੱਠੇ ਹੋਣਾ ਜਥੇਬੰਦੀਆਂ, ਤੇ ਸਾਨੂੰ ਅੱਜ ਦੀ ਡੇਟ 'ਚ ਬਹੁਤ ਵੱਡੀ ਫਖਰ ਦੀ ਗੱਲ ਆ ਕਿ ਵੀ ਸਾਡੀਆਂ ਜਥੇਬੰਦੀਆਂ ਜਿਹੜੀਆਂ ਉੱਥੇ ਪੂਰਾ ਵਧੀਆ ਢੰਗ ਦੇ ਨਾਲ ਲੀਡ ਕਰ ਰਹੀਆਂ, ਤੇ ਇਹਨੂੰ ਜਾਰੀ ਰੱਖਣਾ ਇੱਕ ਸਮੇਂ ਦੀ ਲੋੜ ਹੈ ਜੀ, ਜੋ ਮੈਂ ਉੱਥੇ ਦੇਖਿਆ। ਨੌਜਵਾਨਾਂ ਦੀ ਗੱਲ ਤੁਰੀ ਹੈ, ਤੇ ਸਰ ਸਾਨੂੰ ਇਹ ਦੱਸੋ ਵੀ ਇਹੀ ਸਰਕਾਰਾਂ ਕਹਿੰਦੀਆਂ ਸੀ ਕਿ ਪੰਜਾਬ ਦੇ ਵਿੱਚ 70% ਜਿਹੜੇ ਨੌਜਵਾਨ ਨੇ ਉਹ ਨਸ਼ੇੜੀ ਨੇ, ਤੇ ਹੁਣ ਉਹੀ ਨੌਜਵਾਨਾਂ ਨੇ ਉੱਥੇ ਜਾ ਕੇ ਧੂਹ ਪਾਈ ਹੋਈ ਹੈ। ਉਹ ਇੱਕ ਸਾਰਾ ਭਰਮ ਸੀ ਜੋ ਅੱਜ ਦੀ ਡੇਟ 'ਚ ਨੌਜਵਾਨਾਂ ਨੇ ਏਡੇ ਵੱਡੇ, ਏਡੇ ਤਾਨਾਸ਼ਾਹੀਆ ਖੱਟਰ ਸਰਕਾਰ ਦਾ ਤਾਨਾਸ਼ਾਹੀ ਢੰਗ ਸੀਗੇ, ਟੀਅਰ ਗੈਸ ਮਾਰਨੀ, ਫਿਰ ਉਹਦੇ ਨਾਲ ਵਾਟਰ ਕੈਨਨ ਚਲਾਉਣੇ ਆ। ਉਹਨਾਂ ਨੇ ਉਹਨੂੰ ਡਰ ਕੇ ਨਹੀਂ ਉਸ ਚੀਜ਼ ਦਾ ਸਾਹਮਣਾ ਕੀਤਾ, ਸਗੋਂ ਦਲੇਰੀ ਦੇ ਨਾਲ ਸਾਹਮਣਾ ਕੀਤਾ ਕਿ ਇਹਨਾਂ ਨੂੰ ਅੱਗੇ ਤੋਂ ਵੀ ਇਹਨਾਂ ਨੂੰ ਪਤਾ ਲੱਗ ਜਾਵੇ ਕਿ ਵੀ ਇਹ ਜਿਹੜੀ ਹੈ ਯੋਧਿਆਂ ਦੀ ਕੌਮ ਹੈ, 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਵਾਰਸ ਨੇ। ਇਹ ਲੋਕ ਜਿਹੜੇ ਆ ਇਹ ਦਬਾਇਆ ਦਬਦੇ ਨਹੀਂ, ਸਗੋਂ ਉਹਦੇ ਨਾਲੋਂ ਦੁੱਗਣੀ એનર્ਜੀ ਦੇ ਨਾਲ, ਦੁੱਗਣੀ ਦ੍ਰਿੜਤਾ ਦੇ ਨਾਲ ਮੂਹਰੇ ਆਉਂਦੇ ਆ। ਇਹ ਉਹ ਨੌਜਵਾਨੀ ਨੇ ਇੱਕ ਇਤਿਹਾਸ, ਮੈਂ ਬਾਰ-ਬਾਰ ਕਹਿਣਾ ਚਾਹਾਂਗਾ, ਇੱਕ ਇਤਿਹਾਸ ਦਾ ਰਾਹ ਦਿੱਤਾ ਕਿ ਨੌਜਵਾਨਾਂ ਨੇ ਤੇ ਬਜ਼ੁਰਗਾਂ ਨੇ, ਮਾਤਾਵਾਂ ਨੇ, ਭੈਣਾਂ ਨੇ, ਇਹ ਜਿਹੜੀ ਆ ਬਹੁਤ ਵੱਡੀ ਜਿੱਤ ਆ। ਪਰ ਜਿਹੜੀ ਸਾਡੀ ਅਸਲੀ ਜਿੱਤ ਆ ਉਹ ਕਾਨੂੰਨ ਰੱਦ ਕਰਵਾਉਣੇ ਆ। ਉਹਦੇ ਲਈ ਜਿਹੜਾ ਕੰਮ, ਜਿਹੜੀ ਆ ਪਰਸਿਊ, ਜਿਹੜਾ ਸੰਘਰਸ਼ ਚੱਲ ਰਿਹਾ ਆ, ਪਰ ਉਹਨੂੰ ਜਾਰੀ ਰੱਖਦੇ ਹੋਏ ਜਿਹੜੀ ਨੌਜਵਾਨੀ ਤੇ ਤਾਂ ਕੋਈ ਇਸ ਵੇਲੇ ਸ਼ੰਕਾ ਹੀ ਨਹੀਂ ਨਾ ਰਹਿ ਗਈ। ਪੰਜਾਬ ਦੀ ਨੌਜਵਾਨੀ ਤੇ ਸ਼ੰਕਾ ਹੀ ਨਹੀਂ ਰਹਿ ਗਈ। ਕੁਛ ਜਿਹੜੇ ਆ ਭੰਡੀ ਪ੍ਰਚਾਰ ਸੀਗੇ, ਗਲਤ ਸੀਗੇ, ਉਹ ਸਾਰਾ ਭਰਮ ਟੁੱਟ ਚੁੱਕਾ ਹੈ। ਨੌਜਵਾਨਾਂ ਨੇ ਸਾਬਤ ਕਰ ਦਿੱਤਾ, ਬਿਲਕੁਲ ਜੀ, ਸਾਬਤ ਕਰ ਦਿੱਤਾ। ਨਹੀਂ, ਉਹਨਾਂ ਨੇ ਆਪਣਾ ਜਜ਼ਬਾ ਤੇ ਆਪਣਾ ਜੋਸ਼ ਅੱਜ ਦੀ ਡੇਟ 'ਚ ਵੀ ਆ। 14 ਦਿਨ ਹੋ ਗਏ ਸੰਘਰਸ਼ ਦੇ ਵਿੱਚ, ਕੋਈ ਨੌਜਵਾਨ ਜਿਹੜਾ ਆ
ਅਣਖੀ ਆ ਜਾਂ ਜਿਹੜੇ ਥੋੜ੍ਹਾ ਜਿਹਾ ਉਹਦੇ ਅੰਦਰ ਇੱਕ ਚੀਜ਼ ਜਾਗ ਰਹੀ ਹੈ ਕਿ ਵੀ ਮੈਂ ਆਪਣੇ ਸੂਬੇ ਦੇ ਲਈ ਉਹ ਤੁਰੇ ਆ, ਉਹ ਆਪੋ ਆਪਣਾ ਸਮਾਂ ਵਿਚਾਰ ਕੇ ਕੋਈ ਬਾਹਰ ਸਾਡੇ NRI ਵੀਰ ਆ ਜਿਹੜੇ ਉਹ ਨਹੀਂ ਪਹੁੰਚ ਸਕਦੇ, ਉਹਨਾਂ ਦੇ ਵੱਡੇ ਵੱਡੇ ਪ੍ਰੋਟੈਸਟ ਆਪਾਂ ਵਿਦੇਸ਼ਾਂ ਦੇ ਵਿੱਚ ਵੀ ਦੇਖ ਸਕਦੇ ਹਾਂ। ਤੁਹਾਡੇ ਪੰਜਾਬੀ ਨੈਸ਼ਨਲ ਮੀਡੀਆ ਦੇ ਰਾਹੀਂ ਚੈਨਲ ਥਰੂ ਵੀ ਮੈਂ ਦੇਖਿਆ ਕੈਲਗਰੀ ਕੀ ਹੋਰ ਸਾਰੇ ਕੈਨੇਡਾ ਦੇ ਵਿੱਚ ਹੋਰ ਬਾਕੀ ਕੰਟਰੀਆਂ ਦੇ ਵਿੱਚ ਕਿੱਡੇ ਕਿੱਡੇ ਪ੍ਰੋਟੈਸਟ ਹੋ ਰਹੇ ਆ। ਇਹ ਚੀਜ਼ ਹੈ ਜਿਹੜੀ ਹੈ ਨੌਜਵਾਨੀ ਆ, ਉਹ ਵੀ ਪੰਜਾਬ ਦੇ ਵਾਰਸੀ ਨੇ ਤੇ ਪੰਜਾਬ ਦੇ ਵਾਰਸ ਕਿਸੇ ਨਾਲੋਂ ਘੱਟ ਨਹੀਂ ਗੇ। ਤੇ ਇਹ ਕਿਉਂਕਿ ਇਸ ਵੇਲੇ ਇਹ ਅਣਖੀ ਯੋਧੇ ਨੇ ਤੇ ਉਹਨਾਂ ਨੇ ਆਪਣੇ ਆਪ ਨੂੰ ਜਿਹੜਾ ਪੂਰਾ ਉਹਦੇ ਨਾਲ ਸੰਘਰਸ਼ ਦੇ ਮੋਹਰੇ ਪੂਰਾ ਡਟੇ ਹੋਏ ਨੇ ਤੇ ਬਹੁਤ ਸਾਨੂੰ ਆਸ ਹੈ ਕਿ ਭਵਿੱਖ ਵਿੱਚ ਵੀ ਡਟੇ ਰਹਿਣਗੇ। ਜੀ ਵੇਲਾ ਹੋ ਗਿਆ ਜੀ, ਇਸ ਵੇਲੇ ਇੱਕ ਛੋਟੀ ਜਿਹੀ ਬ੍ਰੇਕ ਦਾ, ਜਲਦ ਹਾਜ਼ਰ ਹੁੰਨੇ ਆ। ਬ੍ਰੇਕ ਤੋਂ ਬਾਅਦ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ। ਸਰ, ਅਗਲਾ ਸਵਾਲ ਮੈਂ ਤੁਹਾਨੂੰ ਪੁੱਛਣਾ ਚਾਹੁੰਦੀ ਹਾਂ, ਜਿਹੜਾ ਆਹ ਮੀਟਿੰਗਾਂ ਦਾ ਦੌਰ ਚੱਲ ਰਿਹਾ, ਮੀਟਿੰਗਾਂ ਤੇ ਮੀਟਿੰਗਾਂ ਹੋ ਰਹੀਆਂ ਨੇ, ਜਿਹੜੇ ਕਿਸਾਨ ਮੀਟਿੰਗ ਕਰਨ ਜਾਂਦੇ ਨੇ ਕੇਂਦਰ ਨਾਲ, ਉਹਨਾਂ ਦੇ ਅਨੁਸਾਰ ਕੀ ਸਥਿਤੀ ਹੈ ਅੰਦਰ ਦੀ? ਸਥਿਤੀ ਅੰਦਰ ਦੀ ਇਸ ਤਰ੍ਹਾਂ ਜੀ ਕਿ ਮੀਟਿੰਗਾਂ ਪਹਿਲਾਂ ਤਾਂ ਜਿਵੇਂ ਪਹਿਲਾਂ ਦੱਸਿਆ ਸੀ ਕਿ ਬੜਾ ਕਨਫਿਊਜ਼ ਜਿਹਾ ਸਿਸਟਮ ਕ੍ਰੀਏਟ ਕੀਤਾ ਸਰਕਾਰ ਨੇ। ਪਹਿਲਾਂ ਤਾਂ ਇਹ ਸ਼ੋਅ ਕੀਤਾ ਕਿ ਸਾਨੂੰ ਜਿਹੜੇ ਅਸਲ ਮੁੱਦੇ ਤੇ ਜਿਹੜੇ ਬੰਦੇ ਗੱਲ ਕਰ ਸਕਦੇ ਨਾ, ਉਹ ਅਸੀਂ ਸਾਹਮਣੇ ਨਹੀਂ ਹੋਣ ਦੇਣੇ ਕਿਸਾਨਾਂ ਦੇ। ਉਹਨਾਂ ਨੇ ਕਿਹਾ ਜੀ ਇਹ ਤੇ ਗੱਲ ਹੀ ਨਾ ਕਰੋ। ਜਿਵੇਂ ਪਹਿਲਾਂ ਦੱਸਿਆ ਕਿ ਅਧਿਕਾਰੀ ਬਿਠਾ ਦਿੱਤੇ, ਪੀਯੂਸ਼ ਗੋਇਲ ਨੂੰ ਅੱਗੇ ਕਰ ਦਿੱਤਾ, ਫਿਰ ਕਦੀ ਕਿਸੇ ਨੂੰ ਕਰ ਦਿੱਤਾ, ਕਦੀ ਕਿਸੇ ਨੂੰ ਕਰ ਦਿੱਤਾ। ਜਾਂ ਭਾਜਪਾ ਦੇ ਜਿਹੜੇ ਸਥਾਨਕ ਆਗੂ ਸੀ ਉਹ ਇਸ ਦੀ ਸਫਾਈ ਦੇਣ ਲੱਗ ਪਏ, ਅਜੇ ਵੀ ਦੇਈ ਜਾਂਦੇ ਨੇ। ਕਈ ਚੁੱਪ ਕਰ ਗਏ ਨੇ ਤੇ ਕਈ ਥੋੜ੍ਹਾ ਬਹੁਤਾ ਕਿਸਾਨਾਂ ਦੇ ਪੱਖ ਵਿੱਚ ਵੀ ਬੋਲੇ ਨੇ। ਸੁਰਜੀਤ ਕੁਮਾਰ ਜਿਆਣੀ ਬੋਲੇ ਨੇ, ਉਹਨਾਂ ਨੇ ਸਟੈਂਡ ਲਿਆ। ਸ਼ਾਇਦ ਮੈਨੂੰ ਲੱਗਦਾ ਕਿ ਉਹਨਾਂ ਦੀ ਥੋੜ੍ਹੀ ਜਿਹੀ ਸੁਣੀ ਗਈ ਹੈ ਤੇ ਉਹ ਖੇਤੀਬਾੜੀ ਮੰਤਰੀ ਨਾਲ ਜਦੋਂ ਮਿਲੇ ਨੇ ਤੇ ਜਾਂ ਰਾਜਨਾਥ ਨਾਲ ਮਿਲੇ ਨੇ, ਉਹਨਾਂ ਦੀ ਗੱਲ ਦਾ ਮੁੱਲ ਥੋੜ੍ਹਾ ਬਹੁਤਾ ਪਿਆ। ਮੈਂ ਸਮਝਦਾ ਕਿ ਕਿਸਾਨਾਂ ਦੀ ਗੱਲ ਨੂੰ ਅਹਿਮੀਅਤ ਦੇ ਕੇ ਪਹਿਲੇ ਦਿਨ ਤੋਂ ਘੱਟੋ ਘੱਟ ਰਾਜਨਾਥ ਸਿੰਘ ਦੇ ਨਾਲ ਗੱਲ ਜਿਹੜੀ ਹੋਣੀ ਸੀ ਉਹ ਜ਼ਰੂਰੀ ਸੀ। ਮੈਂ ਸੀਨੀਅਰਟੀ ਵਾਈਜ਼ ਕਰਦਾ, ਹਾਲਾਂਕਿ ਮਹਿਕਮਾ ਉਹਨਾਂ ਦਾ ਵੀ ਰੱਖਿਆ ਮਹਿਕਮਾ। ਫਿਰ ਗ੍ਰਹਿ ਮੰਤਰੀ ਸੀ ਤੇ ਹੁਣ ਤੱਕ ਨਰਿੰਦਰ ਮੋਦੀ ਨਾਲ 1-2 ਮੀਟਿੰਗਾਂ ਹੋ ਜਾਣੀਆਂ ਚਾਹੀਦੀਆਂ ਸੀ, ਕਿਉਂਕਿ ਅਸੀਂ ਭਾਜਪਾ ਦਾ ਸਟਰਕਚਰ ਅਗਰ ਦੇਖੀਏ, ਜਿਹੜਾ ਉਹਨਾਂ ਦਾ ਸਰਕਾਰ ਚਲਾਉਣ ਦਾ ਸਿਸਟਮ ਹੈ, ਤੇ ਅਕਸਰ ਇਹ ਲੋਕ ਗੱਲ ਕਰਦੇ ਨੇ ਕਿ ਬੰਦੇ 1 ਜਾਂ 2 ਨੇ, ਤੀਜੇ ਦੀ ਮੌਤ ਹੋ ਚੁੱਕੀ ਹੈ ਅਰੁਣ ਜੇਟਲੀ ਦੀ। ਇਹ 3 ਕੁ ਵਿਅਕਤੀ ਸਨ ਜਿਹੜੇ ਮਾੜਾ ਮੋਟਾ ਫੈਸਲਾ ਲੈ ਸਕਦੇ ਨੇ, ਬਾਕੀ ਸਟੈਂਪਸ ਨੇ, ਮੋਹਰਾਂ ਨੇ। ਉਹ ਉਹੀ ਬੋਲਣਗੇ ਜਿਵੇਂ ਇੱਕ ਸੰਖ ਹੁੰਦਾ ਹੈ ਕਿ ਉਹ ਜਿਹੋ ਜਿਹੀ ਪਿੱਛੋਂ ਫੂਕ ਵੱਜੇਗੀ ਉਹੋ ਜਿਹੀ ਆਵਾਜ਼ ਆਵੇਗੀ ਉਹਨਾਂ 'ਚੋਂ ਅੱਗੇ। ਮਾਈਕ੍ਰੋਫੋਨ ਨੇ ਉਹ ਤੇ ਜੋ ਪਿੱਛੋਂ ਮੋਦੀ ਦੀ ਆਵਾਜ਼ ਹੋਵੇਗੀ ਉਹ ਬੋਲਣਗੇ। ਆਪਣੇ ਕੋਲ ਤੇ 2 ਲਫ਼ਜ਼ ਨਹੀਂ ਉਹ ਪਾ ਸਕਦੇ ਨਾ ਕੱਢ ਸਕਦੇ। ਇਸ ਕਰਕੇ ਉਹਨਾਂ ਨਾਲ ਗੱਲਬਾਤ ਦੀ ਬਹੁਤੀ ਅਹਿਮੀਅਤ ਨਹੀਂ ਸੀ। 31 ਜਥੇਬੰਦੀਆਂ ਨੇ ਪੰਜਾਬ ਦੀਆਂ ਰਜਿਸਟਰਡ, ਜਿਨ੍ਹਾਂ ਦੇ ਆਗੂ, ਜਿਨ੍ਹਾਂ ਦੇ ਪ੍ਰਧਾਨ ਜਿਹੜੇ ਨੇ ਉਹ ਇਹਨਾਂ ਮੀਟਿੰਗਾਂ ਵਿੱਚ ਜਾਂਦੇ ਰਹੇ ਨੇ ਔਰ ਉਹਨਾਂ ਵਿੱਚ ਗਏ ਨੇ ਤੇ ਬਾਕੀ ਸੂਬਿਆਂ ਤੋਂ ਵੀ ਕੁਝ ਗਏ ਨੇ। ਜਦੋਂ ਖੇਤੀਬਾੜੀ ਮੰਤਰੀ ਨਾਲ ਕਹਿੰਦੇ ਵਿਗਿਆਨ ਭਵਨ 'ਚ ਜਿਹੜੀਆਂ 2 ਮੀਟਿੰਗਾਂ ਹੋਈਆਂ ਘੱਟੋ ਘੱਟ, ਉਹਨਾਂ ਵਿੱਚ ਗਏ ਨੇ ਪਹਿਲੀ ਵਾਰੀ। ਤੇ ਉਹ ਇੱਥੇ ਗੱਲ ਹੋਈ ਕਿ ਕਿਸਾਨਾਂ ਨੇ ਕਿਹਾ ਕਿ ਅਸੀਂ ਤੇ ਰੱਦ ਕਰਵਾਉਣੀ ਆਏ ਆ। ਉਹਨਾਂ ਮੋਹਰੇ ਥੋੜ੍ਹੀ ਬਹੁਤੀ ਸਫਾਈ ਦਿੱਤੀ ਗਈ। ਕਿਸਾਨਾਂ ਨੇ ਉਸ ਮੀਟਿੰਗ ਦੇ ਵਿੱਚੋਂ ਇਹ ਨਾਮਣਾ ਖੱਟਿਆ ਕਿ ਰੋਟੀ ਇਹਨਾਂ ਨੇ ਆਪਣੀ ਖਾਧੀ ਲਿਜਾ ਕੇ, ਤੇ ਸਰਕਾਰ ਦੁਆਰਾ ਜੋ ਲੰਚ ਪਰੋਸਿਆ ਗਿਆ ਸੀ, ਭਾਵੇਂ ਕਿ ਹਾਲਾਂਕਿ ਉਹ ਵੀ ਕਿਸਾਨਾਂ ਦਾ ਹੀ ਉਗਾਇਆ ਹੋਇਆ ਤੇ ਸਰਕਾਰ ਦਾ ਕਿ ਲੋਕਾਂ ਦਾ ਹੀ ਪੈਸਾ। ਉਹ ਸਰਕਾਰ ਕਿਸੇ ਦੇ ਬਾਪ ਦੀ ਨਹੀਂ ਹੈ, ਕਿਸੇ ਦੀ ਜ਼ਗੀਰ ਨਹੀਂ ਹੈ ਨਿੱਜੀ, ਕਿ ਉਹਨਾਂ ਨੇ ਸਰਕਾਰ ਨੇ ਕਿਤੇੋਂ ਲਿਆ ਕੇ ਤੇ ਆਪਣੀ ਜੇਬ ਦੇ ਵਿੱਚੋਂ ਅਮਿਤ ਸ਼ਾਹ ਨੇ ਜਾਂ ਕਿਸੇ ਹੋਰ ਨੇ ਜਾਂ ਅੰਬਾਨੀ ਜਾਂ ਅਡਾਨੀ ਨੇ ਪਰੋਸ ਦਿੱਤਾ। ਉਸ ਲੋਕਾਂ ਦਾ, ਜਨਤਾ ਦਾ ਹੀ, ਪਬਲਿਕ ਦਾ ਹੀ ਪੈਸਾ ਸੀ ਜੋ ਕਿਸਾਨਾਂ ਦੇ ਮੂਹਰੇ ਰੱਖਿਆ ਗਿਆ। ਪਰ ਫਿਰ ਵੀ ਉਦਾਹਰਨ ਪੇਸ਼ ਕੀਤੀ ਕਿ ਅਸੀਂ ਭੁੱਖੇ ਨਹੀਂ ਆ, ਸਾਡੇ ਕੋਲ ਆਪਣਾ ਰਾਸ਼ਨ ਹੈ, ਉੱਥੇ ਵੀ ਹੈ ਤੇ ਅਸੀਂ ਲੈ ਕੇ ਵੀ ਆਏ ਆ। ਇਹ ਚੰਗੀ ਗੱਲ ਸੀ ਕਿ ਪਹਿਲਾਂ ਤਿਆਰੀ ਕਰਕੇ ਲੈ ਕੇ ਗਏ। ਇੱਕ ਤੇ ਇਹ ਸੀ। ਉਸ ਤੋਂ ਬਾਅਦ ਜਦੋਂ ਇਹਨਾਂ ਨਾਲ ਮੀਟਿੰਗ ਸ਼ੁਰੂ ਹੁੰਦੀ ਹੈ, ਜੋ ਕਿਸਾਨਾਂ ਨਾਲ ਉੱਥੇ ਮੀਟਿੰਗ ਹੋਈ ਹੈ, ਜਿਹੜੇ ਉਹਨਾਂ ਨਾਲ ਗੱਲਬਾਤ ਹੋਈ, ਜਿਹੜੇ ਅੰਦਰ ਜਾਂਦੇ ਨੇ ਕਿਸਾਨ। ਹੁਣ ਇਹ ਤੁਸੀਂ ਸਵਾਲ ਦਰਸ਼ਕਾਂ ਦੇ ਮਨ ਵਿੱਚ ਹੋਵੇਗਾ ਕਿ ਕੱਤੀਆਂ ਨਾਲ ਫਿਰ ਗੱਲ ਕਿਵੇਂ ਕਰਦੇ ਹੋਣਗੇ? ਕੱਤੀਆਂ ਨਾਲ ਨਹੀਂ, 1 ਜਾਂ 2 ਆਗੂ ਜਿਹੜੇ ਨੇ ਸਿਆਣੇ ਨੇ, ਪੁਰਾਣੀਆਂ ਜਥੇਬੰਦੀਆਂ ਨੇ, ਉਹਨਾਂ ਨੂੰ ਬੋਲਣ ਲਈ ਅੱਗੇ ਕੀਤਾ ਜਾਂਦਾ ਹੈ ਕਿਸਾਨਾਂ ਵੱਲੋਂ। ਤੇ ਬਾਕੀ ਕਿਸਾਨ ਜੇ ਆਗੂ ਨੇ, ਕਿਸੇ ਨੇ ਜੇ ਕੋਈ ਆਪਣਾ ਪੁਆਇੰਟ ਰੱਖਣਾ ਹੁੰਦਾ ਹੈ ਤਾਂ ਫਿਰ ਉਹਨਾਂ ਨੂੰ ਜਾ ਕੇ ਦੱਸਦਾ ਕਿ ਤੁਸੀਂ ਆਹ ਗੱਲ ਕਰ ਲਓ। ਵਾਰ-ਵਾਰ ਸਾਰੇ ਇਸ ਤਰ੍ਹਾਂ ਨਹੀਂ ਬੋਲਦੇ, ਰੌਲਾ ਰੱਪਾ ਨਹੀਂ ਪੈਣ ਦਿੱਤਾ ਜਾਂਦਾ। ਬੜੇ ਨਿਯਮ ਨਾਲ ਉੱਥੇ ਜਿਹੜਾ ਹੈ ਉਹ ਗੱਲਬਾਤ ਕੀਤੀ ਜਾਂਦੀ ਹੈ। ਹੁਣ ਸਵਾਲ ਇਹ ਪੈਦਾ ਹੁੰਦਾ ਕਿ 31 ਜਥੇਬੰਦੀਆਂ ਨੇ ਤੇ ਵਿਚਾਰ ਕਿਵੇਂ ਰਲਦੇ ਨੇ? ਹੁਣ ਤੱਕ ਇਹ ਫਰਕ ਕਿਉਂ ਨਹੀਂ ਪਿਆ ਇਹਨਾਂ ਦੀ ਗੱਲ ਦੇ ਵਿੱਚ? ਉਸ ਦਾ ਜਵਾਬ ਇਹ ਆ ਕਿਸਾਨ ਆਗੂਆਂ ਦਾ ਕਿ ਹੋਰ ਗੱਲਾਂ ਤੇ ਸਾਡਾ ਵਖਰੇਵਾਂ ਹੋ ਸਕਦਾ ਹੈ, ਜਥੇਬੰਦਕ ਗੱਲਾਂ ਤੇ, ਜਾਂ ਕੋਈ ਸਾਡੇ ਇਹੋ ਜਿਹੇ ਮੁੱਦੇ ਹੋ ਸਕਦੇ ਨੇ ਜਿਨ੍ਹਾਂ ਤੇ ਰਾਜੇਵਾਲ ਦਾ ਕੁਝ ਹੋਰ ਸਟੈਂਡ ਹੋ ਸਕਦਾ, ਉਗਰਾਹਾਂ ਵਾਲਿਆਂ ਦਾ ਕੁਝ ਹੋਰ ਹੋ ਸਕਦਾ, ਜਾਂ ਦੁਆਬਾ ਕਿਸਾਨ ਕਮੇਟੀ ਦਾ ਕੁਝ ਹੋਰ ਹੋ ਸਕਦਾ। ਪਰ ਇਸ ਮੁੱਦੇ ਤੇ ਬਿਲਕੁਲ ਇੱਕੋ ਹੀ ਨਿਸ਼ਾਨਾ ਹੈ। ਉਹ ਨਿਸ਼ਾਨਾ ਹੈ ਕਿ ਇਹ ਕਾਨੂੰਨ ਰੱਦ ਕਰਵਾਉਣੇ ਨੇ। ਇਸੇ ਤੇ ਹੀ ਯੈਸ ਔਰ ਨੋ। ਔਰ ਇੱਕ ਰਿਪੋਰਟ ਇਹ ਵੀ ਆਈ ਕਿ ਜੋ ਲਾਸਟ ਮੀਟਿੰਗ ਹੋਈ ਸੀ, ਜੋ ਅਮਿਤ ਸ਼ਾਹ ਨਾਲ ਹੋਈ ਹੈ, ਇਸ ਤੋਂ ਪਹਿਲਾਂ ਵਾਲੀ, ਉਸ ਦੇ ਵਿੱਚ ਜਿਹੜੇ ਸਾਡੇ ਮੰਤਰੀ ਨੇ ਹੁਸ਼ਿਆਰਪੁਰ ਤੋਂ, ਮੈਂਬਰ ਪਾਰਲੀਮੈਂਟ ਨੇ ਸੋਮ ਪ੍ਰਕਾਸ਼ ਜੀ,
ਉਹ ਉੱਥੇ ਹਾਜ਼ਰ ਸਨ ਤੇ ਉਹਨਾਂ ਨੇ ਆਪਣੇ ਤੌਰ ਤੇ ਲੰਬਾ ਚੌੜਾ ਭਾਸ਼ਣ ਦੇਣ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਹੈ, ਜਿਸ ਵਿੱਚ ਉਹਨਾਂ ਨੇ ਕਿਹਾ ਕਿ ਤੁਸੀਂ ਲੋਕ ਆਗੂ ਹੋ ਜਾਂ ਤੁਹਾਨੂੰ ਪਾਰਟੀਆਂ ਵੱਲੋਂ ਹਾਈਜੈਕ ਕਰਕੇ ਗੁੰਮਰਾਹ ਕਰਕੇ ਲੋਕਾਂ ਨੂੰ ਭੜਕਾ ਰਹੇ ਹੋ। ਤੁਸੀਂ ਇਹ ਵੀ ਕਿਹਾ ਗਿਆ ਕਿ ਤੁਸੀਂ ਨੌਜਵਾਨੀ ਦਾ ਘਾਣ ਕਰਵਾ ਰਹੇ ਹੋ, ਤੁਸੀਂ ਨੌਜਵਾਨਾਂ ਨੂੰ ਭੜਕਾ ਕੇ ਉਹਨਾਂ ਨੂੰ ਇੱਥੇ ਲੈ ਆਂਦਾ। ਇਹ ਚੰਗੀ ਗੱਲ ਨਹੀਂ। ਪੰਜਾਬ ਨੇ ਅੱਗੇ ਬੜਾ ਸੰਤਾਪ ਹੋ ਗਿਆ, ਇਸ ਤਰ੍ਹਾਂ ਦੀਆਂ ਗੱਲਾਂ ਉਹਨਾਂ ਨੇ ਕੀਤੀਆਂ। ਪੰਜਾਬ ਨੇ ਅੱਗੇ ਬੜਾ ਔਖਾ ਸਮਾਂ ਦੇਖਿਆ, ਪੰਜਾਬ ਨੇ ਸੰਤਾਪ ਹੋ ਗਿਆ, ਤੁਸੀਂ ਫਿਰ ਉਹਨਾਂ ਨੂੰ ਇੱਕ ਆਗੂ ਨੇ ਉੱਠ ਕੇ ਇਹ ਗੱਲ ਆਖੀ ਕਿ ਸੋਮ ਪ੍ਰਕਾਸ਼ ਜੀ ਤੁਸੀਂ ਸਾਨੂੰ ਧਮਕੀ ਦੇ ਰਹੇ ਹੋ, ਇਹ ਕੀ ਕਹਿ ਰਹੇ ਹੋ ਤੁਸੀਂ? ਫਿਰ ਉਹ ਚੁੱਪ ਕੀਤੇ, ਫਿਰ ਉਹ ਇੱਕ ਪਾਸੇ ਬਹਿ ਗਿਆ ਤੇ ਫਿਰ ਤੋਮਰ ਜੀ ਬੋਲੇ। ਉਹ ਗੱਲ ਇਸ ਤੇ ਆਉਂਦੇ ਹੀ ਨਹੀਂ ਕਿ ਅਸੀਂ ਕਾਨੂੰਨ ਰੱਦ ਕਰਨੇ, ਇਸ ਵਿੱਚ ਅਮੈਂਡਮੈਂਟ ਕਰ ਲਓ, ਇਸ ਵਿੱਚ ਆਹ ਪਾ ਦਿੰਦੇ ਆ, ਉਹ ਕਰ ਲੈਂਦੇ ਆ। ਫਿਰ ਜਦੋਂ ਕਿਸਾਨਾਂ ਨੂੰ ਬਹੁਤਾ ਮਜਬੂਰ ਕੀਤਾ ਗਿਆ, ਇਸ ਮੀਟਿੰਗ ਤੋਂ ਪਹਿਲਾਂ ਵਾਲੀ ਗੱਲ ਆਹ ਤੇ ਐਮਰਜੈਂਸੀ ਮੀਟਿੰਗ ਸੀ ਨਾ ਜਿਹੜੀ ਅਮਿਤ ਸ਼ਾਹ ਨੇ ਸੱਦ ਲਈ, ਤੇ ਉੱਥੇ ਪਤਾ ਨਹੀਂ ਕਿਸ ਤਰੀਕੇ ਨਾਲ ਸੱਦਣ ਦੀ ਜਾਂ ਕੀ ਕੋਸ਼ਿਸ਼ ਹੈ, ਤੇ ਆਉਣ ਵਾਲੇ ਦਿਨਾਂ 'ਚ ਜਿਹੜਾ ਮੁੱਦਾ ਹੈ ਬਣਿਆ ਰਹੇਗਾ। ਪਰ ਜਿਹੜੀ ਉਦੋਂ ਪਹਿਲੀ ਮੀਟਿੰਗ ਦੇ ਵਿੱਚ ਕਿਸਾਨਾਂ ਨੇ ਫਿਰ ਉਹ ਯੈਸ ਔਰ ਨੋ ਵਾਲੇ ਬੋਰਡ ਫੜ ਲਿਆ ਤੇ ਮਾਈਕ ਆਪਣੇ ਡਾਊਨ ਕਰ ਦਿੱਤੇ ਜਾਂ ਸਾਈਡ ਨੂੰ ਕਰਦੇ ਕਿ ਅਸੀਂ ਬੋਲਣਾ ਕੁਝ ਨਹੀਂ। ਫਿਰ ਉਹ ਕਹਿੰਦੇ ਬੋਲਦੇ ਰਹੇ, ਉਹ ਆਪਣੀਆਂ ਗੱਲਾਂ ਕਰਦੇ ਰਹੇ, ਉਹ ਬੋਲੀ ਜਾਂਦੇ ਨੇ, ਸਫਾਈਆਂ ਦੇਈ ਜਾਂਦੇ ਨੇ, ਕਿਸਾਨ ਸੁਣਦੇ ਨਹੀਂ, ਇੱਧਰਲੇ ਕੰਨ 'ਚੋਂ ਪਾਈ ਤੇ ਇੱਧਰ 'ਚੋਂ ਕੱਢ ਦਿੱਤੀ। ਪਰ ਜਦੋਂ ਉਹਨਾਂ ਨੇ ਦੇਖਿਆ ਕਿ ਹੁਣ ਸੁਣੀ ਨਹੀਂ ਜਾ ਰਹੀ ਤੇ ਉਹ ਹੋਰ ਪਾਸੇ ਦਰਵਾਜ਼ੇ ਦੇ ਵਿੱਚੋਂ ਦੀ ਉਹ ਅਧਿਕਾਰੀ ਮੰਤਰੀ ਜਿੰਨੇ ਸੀ ਉਹ ਸਾਰੇ ਚਲੇ ਗਏ ਤੇ ਕਿਸਾਨ ਵੀ ਫਿਰ ਉੱਠ ਕੇ ਆ ਗਏ। ਆਹ ਹੁੰਦਾ ਹੈ ਮੀਟਿੰਗਾਂ ਦੇ ਵਿੱਚ, ਔਰ ਇਹ ਅੰਦਰਲੀ ਸਥਿਤੀ ਹੈ। ਹਾਲਾਂਕਿ ਫੋਨ ਵਗੈਰਾ ਕਿਸਾਨਾਂ ਦੇ ਕੋਲ ਹੁੰਦੇ ਨੇ, ਕੋਈ ਇਸ ਤਰ੍ਹਾਂ ਨਹੀਂ ਸਖਤੀ ਨਹੀਂ ਵਰਤੀ ਜਾਂਦੀ, ਪਰ ਕੋਈ ਪਾਏਦਾਰ ਗੱਲ ਵੀ ਨਹੀਂ ਕੀਤੀ ਜਾਂਦੀ ਉੱਥੇ। ਸਰਕਾਰ ਹਾਲਾਂਕਿ ਬੜਾ ਇੱਕ ਅਜੀਬ ਜਿਹਾ ਸਟੈਂਡ ਉਹਨਾਂ ਦਾ ਹੈ, ਪਰ ਕੋਈ ਇਸ ਤਰ੍ਹਾਂ ਦੀ ਸਖਤ ਗੱਲ ਕਿਸਾਨਾਂ ਤੇ ਅਜੇ ਤੱਕ ਨਹੀਂ ਕੀਤੀ ਗਈ। ਹਾਂ, ਇਹ ਦੱਸਿਆ ਜਾ ਰਿਹਾ ਕਿ ਅਮਿਤ ਸ਼ਾਹ ਦਾ ਰਵੱਈਆ ਜਿਹੜਾ ਹੈ, ਜਿਹੜੀ ਉਹਨਾਂ ਨੇ ਮੀਟਿੰਗ ਇੱਕ ਬੁਲਾ ਲਈ ਸੀ ਕਾਹਲੀ ਦੇ ਵਿੱਚ, ਉੱਥੇ ਉਹਨਾਂ ਦਾ ਰਵੱਈਆ ਥੋੜ੍ਹਾ ਜਿਹਾ ਰੁੱਖਾ ਸੀ। ਉਸ ਤੋਂ ਪਹਿਲਾਂ ਕੋਈ ਬਹੁਤਾ ਰੁੱਖਾ ਰਵੱਈਆ ਭਾਜਪਾ ਦੇ ਆਗੂਆਂ ਵੱਲੋਂ ਜਾਂ ਖੇਤੀਬਾੜੀ ਮੰਤਰੀ ਵੱਲੋਂ ਨਹੀਂ ਬਣਾਇਆ ਗਿਆ। ਕਿਸਾਨ ਆਪਣੀ ਗੱਲ ਕਰਦੇ ਰਹੇ ਨੇ। ਜੀ, ਜਿੱਦਾਂ ਤੁਸੀਂ ਕਹਿ ਰਹੇ ਹੋ, ਕਹਿੰਦੇ ਜੈਸ ਜਾਂ ਨੋ, ਅੰਨੇ ਬੰਨੇ ਲਾਓ ਸਾਨੂੰ। ਜੀ ਸਰ, ਜੇਕਰ ਇਹ ਧਰਨਾ ਲੰਬਾ ਚੱਲਦਾ, ਜਿਵੇਂ ਅੰਦੋਲਨਕਾਰੀ ਕਹਿ ਰਹੇ ਨੇ ਅਸੀਂ 6-6 ਮਹੀਨੇ ਦਾ ਰਾਸ਼ਨ ਘਰੋਂ ਲੈ ਕੇ ਆਏ ਹਾਂ, ਜੇਕਰ ਇਹ ਧਰਨਾ ਲੰਬਾ ਚੱਲਦਾ ਤਾਂ ਕੀ ਕਿਸਾਨ ਡਟੇ ਰਹਿਣਗੇ? ਕਿਸਾਨ ਡਟੇ ਰਹਿਣਗੇ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਉਹਦਾ ਕਾਰਨ ਇਹ ਆ ਕਿ ਡਿਊਟੀਆਂ ਲੱਗ ਗਈਆਂ ਨੇ। ਡਿਊਟੀਆਂ ਇਸ ਤਰ੍ਹਾਂ ਲੱਗ ਗਈਆਂ ਨੇ, ਜਿਹੜੇ ਪਹਿਲੇ ਦਿਨਾਂ ਤੋਂ ਗਏ ਸੀ ਉਹਨਾਂ ਨੂੰ ਕਿਹਾ ਕਿ ਹੁਣ ਤੁਸੀਂ ਜਾ ਸਕਦੇ ਹੋ। ਬਹੁਤੇ ਉਹਨਾਂ ਵਿੱਚੋਂ ਉੱਥੇ ਨੇ, ਉਹ ਆਏ ਨਹੀਂ ਵਾਪਸ, ਤੇ ਉਹਨਾਂ ਦੀ ਜਗ੍ਹਾ ਤੇ ਨਵੀਆਂ ਟਰੈਕਟਰ ਟਰਾਲੀਆਂ ਜਾ ਰਹੀਆਂ ਨੇ, ਖੂਬ ਜਾ ਰਹੀਆਂ ਨੇ। ਪਰ ਸਥਿਤੀ ਜਿਹੜੀ ਹੈ ਨਾ ਕਿ ਰਾਸ਼ਨ ਤੇ 6 ਮਹੀਨੇ ਦਾ ਅਸੀਂ ਲੈ ਗਏ ਹਾਂ, ਪਰ ਦੇਖੋ ਸਿਆਲ ਹੈ, ਸਿਆਲ 'ਚ ਠੰਡ ਹੋਰ ਵਧਣੀ ਹੈ। ਅਜੇ ਦਸੰਬਰ 2022 ਤੱਕ ਠੰਡ ਹੋਰ ਵਧੇਗੀ। ਅਜੇ ਠੰਡ ਨਹੀਂ ਹੈ, ਮੈਂ ਦੱਸ ਦੇਵਾਂ। ਉੱਥੇ ਠੰਡ ਇੰਨੀ ਜ਼ਿਆਦਾ ਨਹੀਂ ਲੱਗਦੀ ਕਿਉਂਕਿ ਉਹ ਪੋਲੂਸ਼ਨ ਬਹੁਤ ਹੈ, ਦਿੱਲੀ ਦਾ ਨਜ਼ਦੀਕ ਹੈ। ਵੈਸੇ ਉੱਥੇ ਗਰਮੀ ਹੁੰਦੀ ਹੈ, ਕੋਈ ਤੁਹਾਨੂੰ ਬਹੁਤੀ ਕੋਈ ਭਾਰੀ ਜੈਕਟ ਪਾਉਣ ਦੀ ਲੋੜ ਨਹੀਂ। ਉੱਥੇ ਤੁਸੀਂ ਘੁੰਮਦੇ ਫਿਰਦੇ, ਰਾਤ ਨੂੰ ਜ਼ਰੂਰ ਠੰਡ ਹੁੰਦੀ ਹੈ, ਰਾਤ ਨੂੰ ਜਾਂ ਸਵੇਰੇ, ਦਿਨੇ ਕਾਫੀ ਗਰਮੀ ਜਿਹੀ ਹੁੰਦੀ ਹੈ ਉੱਥੇ। ਪਰ ਲੰਬਾ ਚੱਲੇਗਾ। ਸੈਨੀਟੇਸ਼ਨ ਦਾ ਕੀ ਪ੍ਰਬੰਧ ਹੈ, ਸਫਾਈ ਦਾ ਕੀ ਹੈ? ਮੱਛਰ ਬਹੁਤ ਹੈ ਉੱਥੇ, ਨਾਲੇ ਨੇ, ਜਿਹੜਾ ਹਾਈਵੇ ਉਹਦੇ ਦੋਨੇ ਪਾਸੇ ਨਾਲੇ ਨੇ ਜਿਹਨਾਂ 'ਤੇ ਕਿਤੇ ਟੁੱਟੇ ਹੋਏ ਨੇ, ਕਿਤੇ ਕੁਛ ਹੈ, ਗੰਦਾ ਪਾਣੀ ਉਹਨਾਂ ਦੇ ਵਿੱਚ ਪੱਕੇ ਤੌਰ 'ਤੇ ਖਲੋਤਾ। ਸੋ ਇਹ ਸੈਨੀਟੇਸ਼ਨ ਦਾ ਪ੍ਰਬੰਧ ਜਿਹੜਾ ਹੈ ਉਹ ਮੁਸ਼ਕਿਲ ਹੋਏਗਾ। ਮੈਂ ਟਿਕਰੀ ਬਾਰਡਰ 'ਤੇ ਵੀ ਜਾ ਕੇ ਦੇਖਿਆ, ਉੱਥੇ ਇੱਕ ਤੇ ਉੱਪਰ ਮੈਟਰੋ ਹੈ, ਮੈਟਰੋ ਦੀ ਲਾਈਨ ਆ ਉੱਪਰ, ਬਹਾਦਰਗੜ੍ਹ ਦਾ ਸਟੇਸ਼ਨ ਹੈ ਨਾਲ ਹੀ ਮੈਟਰੋ ਦਾ, ਉੱਥੇ ਵੀ ਬਹੁਤ ਗਿਣਤੀ ਦੇ ਵਿੱਚ ਕਿਸਾਨ ਨੇ। ਜਗ੍ਹਾ ਵੀ ਟਾਈਟ ਹੈ, ਇੱਥੇ ਜਗ੍ਹਾ ਖੁੱਲ੍ਹੀ ਹੈ ਸਿੰਘੂ ਬਾਰਡਰ 'ਤੇ, ਉੱਥੇ ਜਗ੍ਹਾ ਟਾਈਟ ਹੈ, ਉੱਥੇ ਬਹੁਤ ਸਾਰੇ ਕਿਸਾਨ ਬੈਠੇ ਹੋਏ ਨੇ। ਸੈਨੀਟੇਸ਼ਨ ਦਾ ਪ੍ਰਬੰਧ ਉੱਥੇ ਥੋੜ੍ਹਾ ਜਿਹਾ ਜ਼ਿਆਦਾ ਮਾੜਾ ਹੈ, ਇੱਥੇ ਕੁਛ ਹੈ। ਬਹੁਤ ਸੰਸਥਾਵਾਂ ਕੰਮ ਕਰ ਰਹੀਆਂ ਨੇ। ਇੱਕ ਮੈਂ ਹੋਰ ਦੱਸ ਦੇਵਾਂ, ਇੱਕ ਭਰਮ ਫੈਲਾਇਆ ਗਿਆ ਸੀ ਪਹਿਲੇ ਦਿਨ ਤੋਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਦਿੱਲੀ ਦੀ ਹੈ, ਉਹਨਾਂ ਦਾ ਲੰਗਰ ਜਿਹੜਾ ਹੈ ਕਿਸਾਨਾਂ ਨੇ ਲੈਣ ਤੋਂ ਇਨਕਾਰ ਕਰ ਦਿੱਤਾ। ਇਹੋ ਜਿਹੀ ਬਿਲਕੁਲ ਕੋਈ ਗੱਲ ਨਹੀਂ। ਇਹ ਕੰਨ ਖੋਲ੍ਹ ਕੇ ਸੁਣ ਲੈਣ ਸਾਰੇ, ਇਹੋ ਜਿਹਾ ਭਰਮ ਫੈਲਾਉਣ ਦਾ ਯਤਨ ਨਾ ਕਰਨ। ਜਿਹੜੀ ਮੁੱਖ ਸਟੇਜ ਹੈ, ਉਸ ਤੋਂ ਜਦੋਂ ਨਿਕਲਦੇ ਆ ਸਾਹਮਣੇ, ਔਰ ਇਸ ਪਾਸੇ ਵੀ ਇਸ ਪਾਸੇ ਵੀ, ਇੱਕ ਪਾਸੇ ਉਹਨਾਂ ਦਾ ਕਿਸਾਨਾਂ ਵਾਸਤੇ ਆਰਾਮ ਘਰ ਹੈ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਇਸ ਪਾਸੇ ਉਹਨਾਂ ਦਾ ਲੰਗਰ ਹੈ, ਨਾਲ ਹੀ ਮੈਡੀਕਲ ਕੈਂਪ ਹੈ, ਮੀਡੀਆ ਹਾਊਸ ਵੀ ਉਹਨਾਂ ਨੇ ਇੱਕ ਬਣਾਇਆ ਹੋਇਆ। ਸਾਰਾ ਪ੍ਰਬੰਧ ਆ ਉਹਨਾਂ ਦੇ ਕੋਲ, ਸਾਰਾ ਕੀਤਾ ਹੋਇਆ, ਤੇ ਲੋਕ ਉਸ ਦਾ ਫਾਇਦਾ ਉਠਾ ਰਹੇ ਨੇ, ਸਥਾਨਕ ਲੋਕ ਵੀ ਉਠਾ ਰਹੇ ਨੇ। ਜਿਹੜਾ ਤੁਹਾਡਾ ਸਵਾਲ ਹੈ ਕਿ 6 ਮਹੀਨੇ ਡਟੇ ਰਹਿਣਗੇ, ਕਿਸਾਨ ਤੇ ਡਟੇ ਰਹਿਣਗੇ। ਕਿਸਾਨ ਤੇ ਕਿਸਾਨ ਹੈ, ਜੇ 6 ਮਹੀਨੇ ਲਾ ਕੇ ਫਸਲ ਪਾਲ ਸਕਦਾ ਹੈ ਤੇ ਫਿਰ ਮੰਡੀ 'ਚ ਜਾ ਕੇ ਫਿਰ ਖੱਜਲ ਹੋ ਸਕਦਾ ਉਸਨੂੰ ਵੇਚਣ ਲਈ, ਤੇ ਉੱਥੇ ਡਟੇ ਰਹਿਣ 'ਚ ਵੀ ਕੋਈ ਗੱਲ ਨਹੀਂ। ਪਰ ਇਸ ਗੱਲ ਨੂੰ ਮੈਂ ਸਮਝਦਾ ਕਿ ਬਹੁਤ ਵੱਡੀ ਤਰਾਸਦੀ ਹੋਵੇਗੀ, ਇਤਿਹਾਸ ਦੇ ਵਿੱਚ ਏਡੀ ਵੱਡੀ ਘਟਨਾ ਕਦੇ ਨਹੀਂ ਹੋਵੇਗੀ। ਪਰ ਮੈਂ ਸਮਝਦਾ ਕਿ ਇਸ ਤਰ੍ਹਾਂ ਨਾ ਹੋਵੇ ਤਾਂ ਚੰਗਾ ਹੈ। ਪਰ ਹਾਲਾਤ, ਕਿਉਂਕਿ ਹੈ ਤੇ ਹਾਈਵੇ ਹੈ ਨਾ, ਕੋਈ ਉੱਥੇ ਇਹੋ ਜਿਹਾ ਇੰਤਜ਼ਾਮ ਤੇ ਹੈ ਨਹੀਂ। ਸਥਾਨਕ ਜਿਹੜੇ ਲੋਕ ਨੇ ਉਹ ਵੀ ਔਖੇ ਹੋ ਜਾਣਗੇ।
ਪਤਾ ਨਹੀਂ ਕਿਹੜੀ ਘਟਨਾ ਵਾਪਰੇ। ਕੋਵਿਡ ਦਾ ਵੀ ਦੌਰ ਹੈ, ਕੋਈ ਗਰਮੀ ਵੱਧ ਸਕਦੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ, ਕੋਈ ਬਾਰਿਸ਼ਾਂ ਦਾ ਮੌਸਮ ਆ ਸਕਦਾ, ਸਾਰੀਆਂ ਮੁਸ਼ਕਲਾਂ ਬਣਨੀਆਂ ਨੇ। ਕਿਸਾਨਾਂ ਨੂੰ ਮੈਂ ਡਰਾ ਨਹੀਂ ਰਿਹਾ, ਲੇਕਿਨ ਸਥਿਤੀ ਜਿਹੜੀ ਹੈ ਸਰਕਾਰ, ਮੈਂ ਸਮਝਦਾ ਕਿ ਚੰਗਾ ਹੋਵੇਗਾ ਕਿ ਸਰਕਾਰ ਕੋਈ ਚੰਗਾ ਫੈਸਲਾ ਲਵੇ ਤੇ ਕਿਸਾਨ ਜਲਦੀ ਘਰਾਂ ਨੂੰ ਵਾਪਸ ਪਰਤਣ। ਸਰ, ਸਾਡੇ ਦਰਸ਼ਕਾਂ ਨੂੰ ਇਹ ਦੱਸੋ ਕਿ ਜੇਕਰ ਮੋਦੀ ਸਰਕਾਰ ਆਪਣੇ ਇਹ ਕਾਲੇ ਕਾਨੂੰਨ, ਖੇਤੀ ਕਾਨੂੰਨ ਵਾਪਸ ਲੈ ਲੈਂਦੀ ਹੈ ਤੇ ਭਵਿੱਖ ਵਿੱਚ ਕਿਸਾਨੀ ਨੂੰ ਇਸ ਦਾ ਕਿੰਨਾ ਕੁ ਫਾਇਦਾ ਹੋਵੇਗਾ? ਫਾਇਦਾ ਸਿੱਧੇ ਤੌਰ ਤੇ ਕੋਈ ਨਹੀਂ ਹੋਣ ਵਾਲਾ। ਜਿਵੇਂ ਕਿਸਾਨੀ ਔਖੀ ਹੈ, ਕਿਸਾਨ ਔਖੇ ਨੇ, ਕਿਸਾਨ ਦੇ ਪੁੱਤ ਔਖੇ ਨੇ, ਆਇਲਸ ਕਰਕੇ ਤੇ ਬਾਹਰ ਨੂੰ ਭੱਜੇ ਜਾ ਰਹੇ ਨੇ ਔਰ ਪੰਜਾਬ ਤੋਂ ਬਾਹਰ ਭੱਜੇ ਜਾ ਰਹੇ ਨੇ। ਪੰਜਾਬ ਵਿੱਚ ਕੋਈ ਚੰਗੀ ਇੰਡਸਟਰੀ ਨਹੀਂ ਹੈ, ਪੰਜਾਬ ਵਿੱਚ ਕੋਈ ਚੰਗੀ ਨੌਕਰੀ ਨਹੀਂ ਹੈ। ਪੰਜਾਬ ਦਾ ਢਾਂਚਾ ਜਿਹੜਾ ਹੈ ਉਹ ਤਹਿਸ ਨਹਿਸ ਹੋ ਚੁੱਕਾ ਹੈ, ਸਿੱਖਿਆ ਦਾ ਤੇ ਸਿਹਤ ਦਾ। ਇਸ ਨਾਲ ਕੋਈ ਬਹੁਤਾ ਵੱਡਾ ਮਸਲਾ ਹੱਲ ਹੋਣ ਵਾਲਾ ਨਹੀਂ ਹੈ, ਲੇਕਿਨ ਇੱਕ ਬੇਸਿਕ ਜਿਹੜੀ ਇੱਕ ਰਿਕੁਆਇਰਮੈਂਟ ਹੈ ਸਾਡੀ, ਉਹ ਪੱਕੀ ਹੋ ਜਾਵੇਗੀ। ਇਸ ਨਾਲ ਕੋਈ ਕਿਸਾਨਾਂ ਨੂੰ ਇੱਕ ਪੱਕੀ ਗਰੰਟੀ ਜਿਹੀ ਤਾਂ ਮਿਲ ਜਾਵੇਗੀ ਨਾ ਕਿ ਸਾਡੇ ਕੋਲ ਆਹ ਤਾਂ ਹੈ, ਕਿ ਹੋਰ ਕੁਝ ਨਹੀਂ ਹੈ। ਪਰ ਇਸ ਨਾਲ ਕੋਈ ਬਹੁਤ ਵੱਡੇ ਮਸਲੇ ਨਹੀਂ ਹੱਲ ਹੋਣ ਵਾਲੇ। ਕਿਸਾਨੀ ਦੇ ਮਸਲੇ ਬਹੁਤ ਜ਼ਿਆਦਾ ਨੇ, ਬਹੁਤ ਹੋਰ ਫਸਲਾਂ ਨੇ ਜਿਨ੍ਹਾਂ ਨੂੰ ਪੁੱਛਣ ਵਾਲਾ ਹੀ ਕੋਈ ਨਹੀਂ। ਤਾਂ ਸਿਰਫ 2 ਫਸਲਾਂ ਦੀ ਗੱਲ ਹੋ ਰਹੀ ਹੈ ਨਾ, ਝੋਨੇ ਤੇ ਕਣਕ ਦੀ ਹੋ ਰਹੀ ਹੈ। ਮੱਕੀ ਹੈ, ਸਬਜ਼ੀਆਂ ਹਨ, ਬਾਗਬਾਨੀ ਹਨ, ਐਗਰੋ ਫੋਰੈਸਟਰੀ ਹੈ ਔਰ ਗੰਨੇ ਦੀ ਫਸਲ ਹੈ। ਕਿ ਸਰਕਾਰ ਤਾਂ ਸੁੱਤੀ ਪਈ ਆ, ਕੇਂਦਰ ਸਰਕਾਰ, ਉਹ ਕੁਝ ਕਰ ਹੀ ਨਹੀਂ ਰਹੀ। ਸਹਿਕਾਰੀ ਮਿੱਲਾਂ ਦਾ ਪੈਸਾ ਅਜੇ ਤੱਕ ਬਕਾਇਆ, ਗੰਨਾ ਮਿੱਲਾਂ ਦਾ, ਔਰ ਹੋਰ ਫਸਲਾਂ ਖੇਤਾਂ ਵਿੱਚ ਰੁੜ ਰਹੀਆਂ ਨੇ। ਔਰ ਕਦੀ ਪੈਸਟੀਸਾਈਡ ਦਾ ਘੁਟਾਲਾ ਹੋ ਗਿਆ, ਕਦੀ ਇਨਸੈਕਟੀਸਾਈਡ ਦਾ ਹੋ ਗਿਆ, ਕਦੀ ਖਾਦ ਨਹੀਂ ਆ ਰਹੀ। ਕਿਸਾਨਾਂ ਨੂੰ ਬਿਜਲੀ ਦਾ ਮਸਲਾ ਹੈ, ਧਰਤੀ ਹੇਠਲੇ ਪਾਣੀ ਦਾ ਮਸਲਾ ਹੈ, ਨਹਿਰਾਂ ਦਾ ਝਗੜਾ ਹੈ। ਇਹ ਤੇ ਕਾਬਲ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ ਕਹਿੰਦੇ ਹੁੰਦੇ ਨੇ। ਇਹ ਤੇ ਪੰਜਾਬ ਵਿੱਚ ਇਸੇ ਤਰ੍ਹਾਂ ਹੀ ਚੱਲੇਗਾ। ਪਰ ਇਹ ਇੱਕ ਮੁੱਦਾ ਅਗਰ ਹੱਲ ਹੋ ਜਾਵੇ ਤੇ ਬੇਸਿਕ ਜਿਹਾ ਮਸਲਾ ਜਿਹੜਾ ਹੈ ਉਹ ਜ਼ਰੂਰ ਹੱਲ ਹੋ ਜਾਂਦਾ ਹੈ, ਇੱਕ ਗਰੰਟੀ ਬਚ ਜਾਂਦੀ ਹੈ। ਨਹੀਂ ਤੇ ਇਹ ਜਾਂਦਾ ਲੱਗਾ ਤੇ ਫਿਰ ਸਮਝੋ ਕੁਝ ਵੀ ਨਹੀਂ ਹੈ। ਵੇਲਾ ਹੋ ਗਿਆ ਜੀ ਇਸ ਵੇਲੇ ਇੱਕ ਛੋਟੀ ਜਿਹੀ ਬ੍ਰੇਕ ਦਾ, ਜਲਦ ਹਾਜ਼ਰ ਹੁੰਨੇ ਆ। ਪ੍ਰੋਗਰਾਮ ਦੇ ਆਖਰੀ ਹਿੱਸੇ ਵਿੱਚ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ। ਗੁਰਵੀਰ ਸਰ, ਮੈਂ ਫਿਰ ਤੁਹਾਡੇ ਵੱਲ ਆਉਂਗੀ। ਜਿਹੜਾ ਅਸੀਂ ਹੁਣੇ ਕੁਲਦੀਪ ਸਰ ਨਾਲ ਗੱਲ ਕੀਤੀ ਸੀ ਕਿ ਜੇਕਰ ਇਹ 3 ਖੇਤੀ ਕਾਨੂੰਨ ਸਰਕਾਰ ਵਾਪਸ ਲੈ ਲੈਂਦੀ ਆਪਣੇ ਬਣਾਏ ਹੋਏ, ਤਾਂ ਭਵਿੱਖ ਵਿੱਚ ਕਿਸਾਨੀ ਨੂੰ ਇਸ ਦਾ ਕਿੰਨਾ ਕੁ ਫਾਇਦਾ ਹੋਵੇਗਾ? ਐਕਚੁਅਲੀ ਮੈਡਮ, ਇਹਦਾ ਜਿਹੜੇ 3 ਕਾਨੂੰਨ ਜਿਹੜੇ ਆ ਵਾਪਸ ਜੇ ਆਉਂਦੇ ਆ ਜੀ, ਇਹਦੇ ਨਾਲ ਤਾਂ ਸਿਰਫ ਕਣਕ ਝੋਨੇ ਦੀ ਜਿਹੜੀ ਹੈ MSP ਸਿਕਿਉਰ ਹੁੰਦੀ ਹੈ। ਜਿਹੜੀ ਆ ਖਰੀਦ ਏਜੰਸੀਆਂ ਜਿੱਦਾਂ ਆਲਰੇਡੀ ਚੱਲ ਰਿਹਾ ਸਿਸਟਮ, ਉਹ ਚੱਲੇਗਾ। ਇਹ 'ਚੋਂ ਤਾਂ ਇੱਕ ਜਿਹੜਾ ਕਿਸਾਨੀ ਨੂੰ ਬਿਲਕੁਲ ਇਹ ਕਿਸਾਨ ਨੂੰ ਦਿਹਾੜੀਦਾਰ ਬਣਾਉਣ ਵਾਲੀ ਕਾਰਪੋਰੇਟ ਘਰਾਣਿਆਂ ਦੀ ਜਿਹੜੀ ਸੋਚ ਹੈ, ਜਿਹੜੀ ਮੋਦੀ ਗਵਰਨਮੈਂਟ ਇਸ ਵੇਲੇ ਮੋਦੀ ਸਾਹਿਬ ਇੰਪਲੀਮੈਂਟ ਕਰ ਰਹੇ ਆ, ਉਹ 'ਤੇ ਬ੍ਰੇਕ ਲੱਗੂਗੀ। ਸਟੇਬਲ ਸਿਚੁਏਸ਼ਨ ਉਹੀ ਰਹੂਗੀ, ਹਾਲਾਤ ਉਹੀ ਰਹਿਣਗੇ। ਹਾਲਾਤ ਇਹੀ ਆ ਵੀ ਮੰਡੀਆਂ ਦੇ ਵਿੱਚ ਇਸ ਵੇਲੇ ਜੋ ਵੇਚ ਰਹੇ ਆ, ਜੋ ਲੋਕਾਂ ਦੀ ਉਪਜ ਦੀ ਉਹ ਇਨਕਮ ਆ ਰਹੀ ਆ, ਜੋ ਆਮਦਨ ਆ ਰਹੀ ਆ, ਉਹ ਉੱਥੇ ਆ। ਇਹ ਤਾਂ ਇੱਕ ਜਿਹੜਾ ਮੋਦੀ ਗਵਰਨਮੈਂਟ ਦਾ ਇੱਕ ਪ੍ਰਪੋਜ਼ਡ ਏਜੰਡਾ ਸੀਗਾ, ਪਲੈਨਡ, ਬਹੁਤ ਪੁਰਾਣਾ ਏਜੰਡਾ ਸੀਗਾ ਕਿ ਵੀ ਪੰਜਾਬ ਸੂਬਾ ਜਿਹੜਾ ਆ ਉਹ ਕਿਸਾਨ ਜਿਹੜੇ ਆ ਉਹ ਵਧੀਆ ਆਪਣੀ ਜਿਹੜੀ ਆ ਅਣਖੀ ਯੋਧੇ ਨੇ, ਉਹ ਆਪਣੀ ਕਮਾਈ ਕਰਕੇ ਆਪਣੇ ਵਧੀਆ ਢੰਗ ਨਾਲ ਜੀਵਨ ਬਸਰ ਕਰ ਰਹੇ ਆ। ਤੇ ਇੱਥੇ ਇਹ ਪਲਾਨ ਸੀਗਾ ਮੋਦੀ, ਅੰਬਾਨੀ, ਅਡਾਨੀ ਦਾ, ਠੀਕ ਹੈ ਨਾ ਜੀ। ਉਹਨਾਂ ਨੇ ਆਪਣਾ ਪਲਾਨ ਚਲਾਉਣ ਦੇ ਲਈ ਇਹ ਐਕਟ ਪਾਸ ਕਰਵਾਏ ਆ। ਉਹ ਤਾਂ ਇੱਕ ਆਰਥਿਕਤਾ ਸੰਕਟ ਚੋਂ, ਇੱਕ ਜਿਹੜੀ ਆ ਕਿਸਾਨੀ ਦੀ ਬਰਬਾਦੀ ਤੋਂ ਬਚੇਗਾ ਇਹਦੇ ਨਾਲ। ਬਾਕੀ ਜੋ ਉੱਥੇ ਹੈ ਉਹ ਸਟੈਂਡਰਡ ਸਟੇਬਲ ਆ, ਉਹ ਜਿੱਥੇ ਚੱਲ ਰਿਹਾ ਆ ਦੈਟ ਇਜ਼ ਸੇਮ ਐਜ਼ ਪਹਿਲਾਂ ਵਾਲਾ ਹੀ ਰਹੇਗਾ। ਉਹਦੇ ਨਾਲ ਜੋ ਸਮੱਸਿਆਵਾਂ ਥੋੜ੍ਹੀਆਂ ਬਹੁਤ ਹਨ, ਜਿਹੜੀਆਂ ਜਿੱਥੇ ਕਿ ਵੀ ਕੋਈ ਸਬਸਿਡੀ ਦੀਆਂ ਹੈਗੀਆਂ ਜਾਂ ਹੋਰ ਸਾਰੀਆਂ, ਉਹ ਤਾਂ ਸੇਮ ਐਜ਼ ਚੱਲਣਗੀਆਂ ਹੀ। ਪਰ ਇਹਦੇ ਨਾਲ ਅੱਗੇ ਤੋਂ ਭਵਿੱਖ ਦੇ ਵਿੱਚ ਡੱਕਾ ਲੱਗ ਜੂਗਾ ਸੈਂਟਰ ਗਵਰਨਮੈਂਟ ਨੂੰ ਕਿ ਵੀ ਉਹ ਜਿਹੜੇ ਆ ਕਿਸਾਨ ਮਾਰੂ ਜਿਹੜੇ ਆ ਬਿੱਲ ਆ, ਉਹ ਇੱਦਾਂ ਸ਼ਰੇਆਮ ਜਿਹੜੇ ਆ ਧੱਕੇਸ਼ਾਹੀ ਵਾਲੇ ਬਿੱਲ ਆ ਉਹ ਲਿਆਉਣ ਤੋਂ ਰੁਕ ਜਾਣਗੇ। ਇਹਦੇ ਨਾਲ ਬਹੁਤ ਲੰਬੇ ਸਮੇਂ ਦੇ ਲਈ ਇੱਕ ਬਹੁਤ ਵੱਡਾ ਇੰਪੈਕਟ ਪਵੇਗਾ ਸਰਕਾਰਾਂ 'ਤੇ। ਜੀ ਹਾਂਜੀ, ਮੈਂ ਇਹਦੇ ਵਿੱਚ ਥੋੜ੍ਹਾ ਜਿਹਾ ਐਡ ਕਰਨਾ ਚਾਹਾਂਗਾ ਕਿ ਜਿਵੇਂ ਕਹਿੰਦੇ ਨੇ ਕਿ ਬੈਟਲ ਵਿਦਨ ਦ ਵਾਰ, ਇਹ ਜੰਗ ਨਹੀਂ ਜਿੱਤ ਹੋਣੀ, ਇੱਕ ਛੋਟੀ ਲੜਾਈ ਆ, ਇੱਕ ਛੋਟੀਆਂ ਲੜਾਈਆਂ। ਜਿਵੇਂ ਜੰਗ ਲੱਗੀ ਹੋਵੇ 2 ਮੁਲਕਾਂ ਦੇ ਵਿਚਕਾਰ ਤੇ ਇੱਕ ਕਿਤੇ ਬਾਰਡਰ ਤੇ ਕਿਤੇ ਕੁਛ ਚੱਲ ਰਿਹਾ, ਇੱਕ ਦੂਸਰੇ ਤੇ ਚੱਲੇ, ਜਿਵੇਂ ਇੱਕ ਟਿਕਰੀ ਤੇ ਹੈ, ਇੱਕ ਸਿੰਘੂ ਤੇ ਹੈ, ਦੂਸਰੇ ਗਾਜ਼ੀਆਬਾਦ ਵਾਲੇ ਤੇ ਹੈ, ਇੱਕ ਤੇ ਹੋਰ ਹੋਵੇਗੀ, ਕੋਈ ਹੋਰ ਪੰਜਾਬ ਦੇ ਵਿੱਚ ਮੋਰਚੇ ਲੱਗੇ ਹੋਏ ਨੇ। ਇਹ ਉਹ ਆ ਛੋਟੀਆਂ ਲੜਾਈਆਂ ਥਾਂ ਤੇ ਜਿੱਤੀਆਂ ਜਾ ਰਹੀਆਂ ਨੇ। ਓਵਰਆਲ ਵਾਰ ਜਿਹੜੀ ਆ ਇਹ ਕਿਸਾਨੀ ਦੀ ਇਹ ਚੱਲਦੀ ਰਹਿਣੀ ਆ। ਔਰ ਇਹ ਵੀ ਨਾ ਭੁੱਲੋ ਇਹ ਦੁਨੀਆ ਭਰ ਵਿੱਚ ਚੱਲ ਰਹੀ ਆ। ਭਾਰਤ ਵਿੱਚ ਜਿਹੜਾ ਕਿਉਂਕਿ ਡਿਪੈਂਡੈਂਟ ਕਿਸਾਨੀ ਤੇ ਆ ਬਹੁਤ ਲੋਕ, ਗਿਣਤੀ ਬਹੁਤ ਹੈ। ਕਿਸਾਨ ਦੀ ਪਰਿਭਾਸ਼ਾ ਬਦਲਦੀ। ਪਹਿਲੇ ਦਿਨ ਤੁਸੀਂ ਦੇਖੋ ਜਿੱਦਣ ਇਹ ਮੋਰਚਾ ਉੱਥੇ ਸ਼ੁਰੂ ਹੋਇਆ, ਇਹ ਤੇ ਕਿਸਾਨ ਨਹੀਂ ਲੱਗਦੇ, ਇਹਨਾਂ ਕੋਲ ਗੱਡੀਆਂ ਨੇ, ਇਹਨਾਂ ਕੋਲ ਵੱਡੇ ਟਰੈਕਟਰ ਨੇ, ਇਹਨਾਂ ਕੋਲ ਤੇ ਮਹਿੰਗੇ ਫੋਨ ਨੇ। ਹੋਰ ਕਿਸਾਨਾਂ ਕੋਲ ਕੀ ਚਾਹੀਦਾ? ਨੰਗੇ ਤਾਂ ਡਾਵੇ ਕਿਸਾਨ,
ਕੀ ਉਮੀਦ ਰੱਖਦੇ ਸੀ, ਕਿਸਾਨ ਕੀ ਹੁੰਦਾ, ਤੇ ਇੱਕ ਘਸਿਆਰੇ ਬਣਾਉਣੇ ਚਾਹੁੰਦੇ ਸਨ ਕਿਸਾਨਾਂ ਨੂੰ, ਉਸ ਚੀਜ਼ ਤੇ ਰੋਕ ਲੱਗੇਗੀ। ਵੀਰ ਗੁਰਵੀਰ ਸਿੰਘ ਨੇ ਜਿਹੜੀ ਗੱਲ ਕੀਤੀ ਹੈ, ਸਿਰਫ ਇਹ ਜਿਹੜੇ ਆਰਡੀਨੈਂਸ ਨੇ ਇਹਨਾਂ ਤੇ ਰੋਕ ਲੱਗ ਜਾਣ ਨਾਲ ਸਾਡਾ ਮਸਲਾ ਕਿਸਾਨੀ ਦਾ ਹੱਲ ਨਹੀਂ ਹੋਣਾ। ਹਾਂ, ਇੱਕ ਬੇਸਿਕ ਗਰੰਟੀ ਸਾਨੂੰ ਮਿਲ ਜਾਵੇਗੀ। ਜੀ ਗੁਰਵੀਰ ਜੀ, ਜਿਵੇਂ ਅਕਾਲੀ ਦਲ ਨੇ 9 ਮਾਸ ਦਾ ਰਿਸ਼ਤਾ ਭਾਜਪਾ ਨਾਲੋਂ ਆਪਣਾ ਤੋੜ ਲਿਆ, ਜੇਕਰ ਕੋਈ ਹੋਰ ਖੇਤਰੀ ਪਾਰਟੀ ਭਾਜਪਾ ਨਾਲੋਂ ਆਪਣਾ ਰਿਸ਼ਤਾ ਤੋੜਦੀ ਹੈ ਤੇ ਕੀ ਇਹਨਾਂ ਦੀ ਹਾਲਤ ਪਤਲੀ ਹੋਊਗੀ? ਹਾਲਤ ਪਤਲੀ ਤਾਂ ਹੋਵੇਗੀ, ਪਰ ਜਿਹੜੀ ਖੇਤਰੀ ਪਾਰਟੀ ਹੈ, ਜਿਵੇਂ ਹੁਣ ਜੀਜੇਪੀ ਹੈ ਹਰਿਆਣੇ ਦੇ ਵਿੱਚ, ਉਹ ਇਸ ਵੇਲੇ ਆਪਣੇ ਆਪ ਨੂੰ ਕਿਸਾਨ ਹਿਤੈਸ਼ੀ ਦਰਸਾ ਕੇ ਪਿਪਲੀ ਕਾਂਡ ਹੈ ਜੀ, ਮੈਂ ਪਾਰਲੀਮੈਂਟ 'ਚ ਟਰੈਕਟਰ ਲੈ ਕੇ ਦੁਸ਼ਯੰਤ ਚੌਟਾਲਾ ਚਲੇ ਗਏ, ਪਰ ਸਮਾਂ ਸੀ ਆ ਕਿਸਾਨ ਦੇ ਪੁੱਤ ਨੂੰ ਕਿਸਾਨੀ ਦੇ ਨਾਲ ਖੜਨ ਦਾ। ਅੱਜ ਤੱਕ ਵੀ ਜਿੱਦਣ ਅਥਰੂ ਗੈਸ ਦੇ ਗੋਲੇ ਚੱਲੇ ਆ, ਜਿੱਦਣ ਪਾਣੀ ਦੀਆਂ ਬਸ਼ਾਰਾਂ ਕਿਸਾਨਾਂ ਦੇ, ਕਿੱਥੇ ਸੀਗੀ ਹਾਲਤ? ਤਾਂ ਭਾਜਪਾ ਦੀ ਤਾਂ ਮੇਰੇ ਮੁਤਾਬਕ ਜੋ ਆਪਣੀ ਸੋਚ ਹੈ ਵੀ ਜੋ ਕਿਸਾਨ ਆ ਉਹ ਅੰਨਦਾਤਾ ਆ। ਜਦੋਂ ਅੰਨਦਾਤੇ ਤੇ ਇਹਨਾਂ ਤਸ਼ੱਦਦ ਢਾਇਆ ਜਾਵੇ ਤੇ ਜਿਹੜੇ ਸਾਡੇ ਬਾਕੀ ਵੀਰ ਆ ਉਹਨਾਂ ਦੀ ਵੀ ਅਣਖ ਜਾਗਦੀ ਹੈ ਨਾ ਕਿਤੇ। ਭਾਜਪਾ ਦੀ ਤਾਂ ਪਤਲੀ ਹੋਊਗੀ, ਜਿਹੜੀਆਂ ਖੇਤਰੀ ਪਾਰਟੀਆਂ ਦੇ ਨਾਲ ਅਲਾਇੰਸ 'ਚ ਉਹਨਾਂ ਕੋਲ ਵੀ ਸੰਭਲਣ ਦਾ ਟਾਈਮ ਆ। ਜੇ ਅਜੇ ਵੀ ਸੰਭਲ ਜਾਣ ਤੇ ਕਿਸਾਨਾਂ ਦੇ ਨਾਲ ਡਟ ਕੇ ਆ ਕੇ ਖੜ ਜਾਣ ਤੇ ਸ਼ਾਇਦ ਲੋਕ ਉਹਨਾਂ ਨੂੰ ਮਾਫ ਕਰ ਦੇਣਗੇ। ਜਿੱਦਾਂ ਦਾ ਇਹਨਾਂ ਨੇ ਭਾਜਪਾ ਨੇ ਰਵੱਈਆ ਅਪਣਾਇਆ, ਇਹਨਾਂ ਨੂੰ ਲੋਕ ਮਾਫ ਨਹੀਂ ਕਰਨਗੇ। ਤੇ ਇਹਨਾਂ ਦੀ ਤਾਂ ਪਤਲੀ ਤੋਂ ਪਤਲੀ ਹੈਗੀ ਆ, ਪਰ ਉਹਨਾਂ ਨੂੰ ਵੀ ਅੱਜ ਕੱਲ੍ਹ ਸੰਭਲਣ ਦਾ ਅਜੇ ਵੀ ਮੌਕਾ ਆ। ਪਰ ਪਤਾ ਨਹੀਂ ਕਿਉਂ, ਕੀ ਉਹਨਾਂ ਦੀਆਂ ਮਜਬੂਰੀਆਂ ਨੇ ਜਿਹੜੀਆਂ ਇਸ ਵੇਲੇ ਤੱਕ ਹਰਿਆਣੇ ਦੇ ਵਿੱਚ ਜਿਹੜੀ ਇਹਨਾਂ ਦੀ ਸਹਿਯੋਗੀ ਪਾਰਟੀ ਹੈ ਉਹ ਕਿਸਾਨ ਦੇ ਨਾਂ ਤੇ ਵੋਟਾਂ ਲੈਂਦੀ ਹੈ ਪਰ ਕਿਸਾਨ ਦੇ ਨਾਲ ਖੜੀ ਨਹੀਂ। ਉਹ ਬਹੁਤ ਮੰਦਭਾਗਾ ਇੱਕ ਹੈ ਉਹਦੇ ਲਈ ਚੀਜ਼ ਹੈ। ਜੀ ਕੁਲਦੀਪ ਜੀ, ਤੁਸੀਂ ਇਸ ਬਾਰੇ ਕੀ? ਇਸ ਬਾਰੇ ਇਹ ਗੱਲ ਹੈ ਜਿਹੜੀ ਹਰਿਆਣੇ ਦੀ ਉਦਾਹਰਨ ਦਿੱਤੀ ਹੈ, ਬਿਹਾਰ ਦੀ ਗੱਲ ਦੇਖ ਲਓ ਤੁਸੀਂ। ਨਿਤਿਸ਼ ਕੁਮਾਰ ਮੁੱਖ ਮੰਤਰੀ ਬਣੇ ਨੇ ਤੇ ਤੀਸਰੇ ਨੰਬਰ ਤੇ ਉਹ ਆਏ ਨੇ ਵੋਟਾਂ ਦੇ ਵਿੱਚ ਉਹਨਾਂ ਦੀ ਪਾਰਟੀ, ਤੇ ਮੈਂ ਸਮਝਦਾ ਅਖਲਾਕੀ ਤੌਰ ਤੇ ਉਹਨਾਂ ਨੂੰ ਮੁੱਖ ਮੰਤਰੀ ਪਦ ਦੀ ਸਹੁੰ ਨਹੀਂ ਸੀ ਚੁੱਕਣੀ ਚਾਹੀਦੀ ਅਹੁਦੇ ਦੀ, ਔਰ ਉਹਨਾਂ ਨੇ ਸਹੁੰ ਵੀ ਚੁੱਕੀ ਆ ਤੇ ਚੁੱਪ ਗੜੁੱਪ ਵੀ ਬੈਠੇ ਨੇ। ਬਿਹਾਰ ਦਾ ਹਾਲ ਪਤਾ ਕਿਸੇ ਨੂੰ ਕੀ ਹੈ? ਅੱਜ ਪੰਜਾਬ ਦੇ ਵਿੱਚ ਅੱਜ ਦੀ ਡੇਟ ਦੇ ਵਿੱਚ ਦਸੰਬਰ ਮਹੀਨੇ ਦੇ ਵਿੱਚ ਤੁਸੀਂ ਉਹਨਾਂ ਖੇਤਰਾਂ 'ਚ ਜਾਓ ਜਿੱਥੇ ਗੰਨੇ ਦੀ ਕਾਸ਼ਤ ਹੁੰਦੀ ਹੈ, ਦੇਖੋ ਕਿੰਨੇ ਗੰਨੇ ਇੱਕ ਮੋਟਰ ਦੇ ਕਮਰੇ ਤੇ, ਇੱਕ 14x14 ਜਾਂ 12x14 ਦੇ ਕਮਰੇ ਤੇ, ਜਿੱਥੇ ਬਿਜਲੀ ਵੀ ਨਹੀਂ ਹੈ, 10-10 12-12 ਜਣੇ ਜਿਹੜੇ ਬਿਹਾਰੀ ਮਜ਼ਦੂਰ ਉਹ ਰਹਿ ਰਹੇ ਨੇ ਇੱਕ ਕਮਰੇ ਦੇ ਵਿੱਚ, ਔਰ ਖੋਤਿਆਂ ਵਾਂਗ ਕੰਮ ਕਰਕੇ ਉਹ ਵਿਚਾਰੇ, ਉਹਨਾਂ ਦੇ ਹੱਥ ਪੈਰ ਵੀ ਛਿੱਲੇ ਹੁੰਦੇ ਨੇ ਠੰਡ ਦੇ ਵਿੱਚ। ਇੰਨੀ ਠੰਡ ਦੇ ਵਿੱਚ ਗੰਨੇ ਦੀ ਉਹ ਸਿਲਾਈ ਕਰ ਰਹੇ ਨੇ। ਉਹ ਕਿੱਥੋਂ ਦੇ ਲੋਕ ਨੇ? ਜਦੋਂ ਕਰੋਨਾ ਕਾਲ ਆ ਗਿਆ, ਕਰੋਨਾ ਦੇ ਕਰਕੇ ਲੋਕਡਾਊਨ ਤੇ ਲਾ ਦਿੱਤਾ, ਇਹ ਸਾਰੇ ਬੈਠ ਗਏ ਤੇ ਅੰਦਰ ਵੜ ਕੇ ਜਿੰਨੇ ਆਗੂ ਸਨ, ਤੇ ਲੋਕ ਸੜਕਾਂ ਤੇ ਰੋੜ ਰਹੇ ਸਨ ਬਿਹਾਰ ਦੇ। ਕੋਈ ਟ੍ਰੇਨਾਂ ਥੱਲੇ ਆ ਗਏ, ਕੋਈ ਸਾਈਕਲ ਚਲਾਉਂਦੇ ਮਰ ਗਏ, ਕੋਈ ਪੈਦਲ ਜਾਂਦੇ ਮਰ ਗਏ, ਕੋਈ ਸੜਕਾਂ ਤੇ ਪਏ ਮਰ ਗਏ। ਕਿਸੇ ਨੇ ਪੁੱਛਿਆ? ਮੈਂ ਸਮਝਦਾ ਕਿ ਅਖਲਾਕੀ ਫਰਜ਼ ਉਹਨਾਂ ਦਾ ਬਣਦਾ ਹੈ। ਉਹ ਕਿਸਾਨ ਕਰਦੇ ਰਹਿੰਦੇ ਨੇ, ਆਵਾਜ਼ ਤੇ ਉਠਾਓ ਭਾਈ। ਹੋਰ ਬਹੁਤ ਉਦਾਹਰਨਾਂ ਨੇ, ਬਹੁਤ ਜਗ੍ਹਾ ਤੇ ਇਹਨਾਂ ਦੇ ਸਹਿਯੋਗੀ ਪਾਰਟੀਆਂ ਹਨ ਜਿਨ੍ਹਾਂ ਨੂੰ, ਮੱਧ ਪ੍ਰਦੇਸ਼ ਦੇ ਵਿੱਚ ਵੀ ਇਸੇ ਤਰ੍ਹਾਂ ਸਥਿਤੀ ਹੈ, ਉਹਨਾਂ ਨੂੰ ਬੋਲਣਾ ਚਾਹੀਦਾ ਸੀ। ਕਈ ਜਗ੍ਹਾ ਤੇ ਮੋਨੋਪਲੀ ਇਹਨਾਂ ਦੇ ਕੋਲ ਹੈ ਨਹੀਂ, ਬਹੁਮਤ ਨਹੀਂ ਹੈ ਸਰਕਾਰਾਂ ਦੇ ਕੋਲ, ਬੀਜੇਪੀ ਦੇ ਕੋਲ। ਹਰਿਆਣਾ ਦੀ ਸਭ ਤੋਂ ਵੱਡੀ ਉਦਾਹਰਨ ਹੈ, ਖੇਤੀਬਾੜੀ ਦੀ ਸਟੇਟ ਹੈ। ਮੈਂ ਸਮਝਦਾ ਕਿ ਦੁਸ਼ਯੰਤ ਚੌਟਾਲਾ ਜਿਹੜੇ ਨੇ ਉਹ ਉਪ ਮੁੱਖ ਮੰਤਰੀ ਦੇ ਅਹੁਦੇ ਦੇ ਨਸ਼ੇ ਦੇ ਵਿੱਚ ਉਹ ਕਿਸਾਨ ਦੇ ਵਜੋਂ ਆਪਣਾ ਫਰਜ਼ ਭੁੱਲ ਗਏ ਨੇ। ਹਾਲਾਂਕਿ ਖੁਦ ਕਿਸਾਨੀ ਪਰਿਵਾਰ ਹੈ, ਖੈਰ ਵੱਡੇ ਲੋਕ ਕਿਸਾਨ ਤਾਂ ਕਾਹਦੇ ਹੁੰਦੇ ਨੇ, ਕੀ ਗੱਲ ਆਪਾਂ ਕਰ ਸਕਦੇ ਹਾਂ, ਪਰ ਮੈਂ ਸਮਝਦਾ ਕਿ ਉਹਨਾਂ ਦੀ ਕੈਲਕੂਲੇਸ਼ਨ ਬਹੁਤ ਵੱਡੇ ਪੱਧਰ ਤੇ ਰੌਂਗ ਹੋਈ ਹੈ। ਹਰਿਆਣੇ ਦੇ ਮਨੋਹਰ ਲਾਲ ਖੱਟਰ ਨੇ ਜੇਕਰ ਸਾਰੇ ਹਿਸਾਬ ਕਿਤਾਬ ਦੀ ਗਲਤ ਕੈਲਕੂਲੇਸ਼ਨ ਕੀਤੀ ਹੈ ਕਿ ਜਦੋਂ ਸ਼ੰਭੂ ਬੈਰੀਅਰ ਤੇ ਕਿਸਾਨਾਂ ਨੂੰ ਰੋਕਣ ਦਾ ਯਤਨ ਕੀਤਾ ਤੇ ਉਸ ਦੇ ਨਾਲ ਕਿਸਾਨਾਂ ਦਾ ਮੁੱਢ ਵੱਜ ਗਿਆ ਤੇ ਫਿਰ ਸਿੱਧੇ ਉਹ ਦਿੱਲੀ ਜਾ ਕੇ ਰੁਕੇ ਨੇ, ਦਿੱਲੀ ਦੇ ਬਾਰਡਰ ਤੇ ਉਹ ਨਾ ਰੋਕਦੇ। ਤੇ ਮੇਰੀ ਇੱਕ ਕਿਸਾਨ ਆਗੂ ਨਾਲ ਗੱਲ ਹੋ ਰਹੀ ਸੀ, ਉਹ ਕਹਿੰਦੇ ਜੇ ਸਾਨੂੰ ਨਾ ਸ਼ੰਭੂ ਤੇ ਰੋਕਦੇ, ਗੱਲ ਤਾਂ 2 ਦਿਨ ਦੀ ਅਸੀਂ ਕੀਤੀ ਹੋਈ ਸੀ ਕਿ 2 ਦਿਨ ਵਾਸਤੇ ਦਿੱਲੀ ਜਾਣਾ, ਤੇ ਸਾਨੂੰ ਤਕਨੀਕੀ ਤੌਰ ਤੇ ਆਪਣੀ ਕੀਤੀ ਹੋਈ ਜ਼ੁਬਾਨ ਦੇ ਮੁਤਾਬਕ ਸਾਨੂੰ ਵਾਪਸ ਮੁੜਨਾ ਪੈਣਾ ਸੀ। ਇਹ ਤਾਂ ਸਾਨੂੰ ਇਹਨਾਂ ਨੇ ਰੋਕਿਆ ਸ਼ੰਭੂ ਤੇ, ਅਸੀਂ ਉਹ ਬੈਰੀਕੇਡ ਤੋੜ ਕੇ ਤੇ ਅੱਗੇ ਨਿਕਲ ਗਏ ਹਾਂ ਤੇ ਹੁਣ ਅਸੀਂ ਬੈਠੇ ਹਾਂ, ਹੁਣ ਅਸੀਂ ਜਾਣਾ ਵੀ ਕਿਤੇ ਨਹੀਂ। ਸੋ ਮੈਂ ਸਮਝਦਾ ਕਿ ਇਹ ਜਿਹੜਾ ਸੱਤਾ ਦਾ ਨਸ਼ਾ ਹੈ ਨਾ, ਇਹ ਵਿਅਕਤੀ ਇਸ ਦੇ ਵਿੱਚ ਬੋਲਾ ਵੀ ਹੋ ਜਾਂਦਾ ਤੇ ਅੰਨਾ ਵੀ ਹੋ ਜਾਂਦਾ। ਜਨਤਾ ਦੀ ਆਵਾਜ਼ ਵੀ ਨਹੀਂ ਸੁਣਦੀ ਤੇ ਜਨਤਾ ਦੇ ਹਾਲਾਤ ਵੀ ਨਹੀਂ ਦੱਸਦੇ, ਤੇ ਇਹ ਵੀ ਨਹੀਂ ਪਤਾ ਲੱਗਦਾ ਕਿ ਸਾਨੂੰ ਰਾਜਨੀਤਿਕ ਤੌਰ ਤੇ ਵੀ ਕੋਈ ਲਾਹਾ ਇਸ ਦਾ ਮਿਲ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ। ਇੱਕ ਵਾਰੀ ਕੁਰਬਾਨੀ ਤਾਂ ਦਈਏ। ਇਹ ਗੱਦੀ ਪਤਾ ਨਹੀਂ ਕਿਹੋ ਜਿਹੀ ਹੈ, ਅਸੀਂ ਵੀ ਕਿਤੇ ਬੈਠ ਕੇ ਦੇਖਣਾ ਚਾਹੁੰਦੇ ਹਾਂ ਕਿ ਕੁਰਸੀ ਫੜ ਹੀ ਲੈਂਦੀ ਹੈ ਬੰਦੇ ਨੂੰ ਕਿ ਤੂੰ ਜਾਣਾ ਕਿੱਥੇ ਹੈ। ਅਸਤੀਫਾ ਨਹੀਂ ਦੇਣਾ, ਅਸਤੀਫੇ ਵਾਲਾ ਤਾਂ ਰਿਵਾਜ ਹੀ ਖਤਮ ਹੋ ਗਿਆ। ਮੈਂ ਸਮਝਦਾ ਜਿਵੇਂ ਅਕਾਲੀ ਦਲ ਨੇ ਭਾਵੇਂ ਕਿ ਲੇਟ ਉਹਨਾਂ ਨੇ ਰਿਐਕਟ ਕੀਤਾ ਹੈ, ਫਿਰ ਵੀ ਮੈਂ ਉਹਨਾਂ ਨੂੰ ਕਹੂੰਗਾ ਕਿ ਉਹਨਾਂ ਨੇ ਸਾਥ ਦਿੱਤਾ ਹੈ। ਪਦਮ ਵਿਭੂਸ਼ਣ ਵੀ ਮੋੜੇ ਨੇ ਪ੍ਰਕਾਸ਼ ਸਿੰਘ ਬਾਦਲ ਨੇ। ਹਾਲਾਂਕਿ ਬਹੁਤ ਸਾਰੇ ਮੁੱਦੇ ਨੇ ਜਿਨ੍ਹਾਂ ਤੇ ਉਹਨਾਂ ਦੀ ਅਸੀਂ ਖਿਚਾਈ ਕਰ ਸਕਦੇ ਹਾਂ, ਕਰਦੇ ਰਹਾਂਗੇ। ਅਕਾਲੀ ਦਲ ਦੀ ਵੀ, ਉਹਨਾਂ ਦੀਆਂ ਨੀਤੀਆਂ ਦੀ ਵੀ। ਉਹਨਾਂ ਨੇ ਕਿਉਂ ਅਸਤੀਫਾ ਦਿੱਤਾ ਹੈ, ਕਿਉਂ ਇੰਨਾ ਜ਼ਿਆਦਾ ਸਮਾਂ ਲਾ ਦਿੱਤਾ, ਇਹ ਵੀ ਸਵਾਲ ਉੱਠਦੇ ਰਹਿਣਗੇ। ਪਰ ਜਿਹੜੇ ਅਜੇ ਤੱਕ ਸੁੱਤੇ ਹੋਏ ਨੇ ਉਹਨਾਂ ਦੀ ਗੱਲ ਵੀ ਸਾਨੂੰ ਕਰਨੀ ਚਾਹੀਦੀ ਹੈ। ਸੋ ਬਹੁਤ ਵਧੀਆ ਇਹਨਾਂ ਨੇ ਪੁਆਇੰਟ ਉਠਾਇਆ ਹਰਿਆਣੇ ਦਾ। ਮੈਂ ਸਮਝਦਾ ਕਿ ਉਦਾਹਰਨ ਪੇਸ਼ ਕਰ ਸਕਦੇ ਸੀ ਜਿਸ ਨਾਲ ਬੀਜੇਪੀ ਦੀ ਹਾਲਤ ਡੈਫੀਨੇਟਲੀ ਪਤਲੀ ਹੋ ਸਕਦੀ ਹੈ।
ਗੁਰਵੀਰ ਜੀ, ਜਿਵੇਂ ਪੰਜਾਬ ਦੇ ਕੁਝ ਜੋਸ਼ੀਲੇ ਆਗੂ ਨੇ ਜਿਹੜੇ ਅਕਸਰ ਹੀ ਸੁਰਖੀਆਂ 'ਚ ਰਹਿੰਦੇ ਨੇ, ਖਬਰਾਂ 'ਚ ਰਹਿੰਦੇ ਨੇ, ਨਵਜੋਤ ਸਿੰਘ ਸਿੱਧੂ ਹੋ ਗਏ, ਭਗਵੰਤ ਮਾਨ ਹੋ ਗਏ, ਸੁਖਪਾਲ ਖਹਿਰਾ ਹੋ ਗਏ ਤੇ ਬੈਂਸ ਭਰਾ ਹੋ ਗਏ, ਇਹਨਾਂ ਦਾ ਹੁਣ ਕਿਸਾਨੀ ਅੰਦੋਲਨ 'ਚ ਕੀ ਯੋਗਦਾਨ ਹੈ? ਕਿਤੇ ਬਹਿ ਕੇ ਨਵੀਆਂ ਰਾਜਨੀਤਿਕ ਸਮੀਕਰਨਾਂ ਤਾਂ ਨਹੀਂ ਬਣਾ ਰਹੇ? ਇਹ ਇੱਕ ਬਹੁਤ ਤੁਹਾਡਾ ਪੇਚੀਦਾ ਸਵਾਲ ਹੈ। ਇਸ ਚੀਜ਼ ਦਾ ਜਿਹੜਾ ਉੱਤਰ ਹੈ ਵੀ ਕਿਤੇ ਨਾ ਕਿਤੇ ਜਦੋਂ ਜਿੱਦਣ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਵਿਧਾਨ ਸਭਾ ਦਾ ਸੈਸ਼ਨ ਬੁਲਾਇਆ, ਉਸ ਦਿਨ ਇਹ ਲੋਕਾਂ ਨੇ ਸੋਧ ਵਾਲੇ ਜਿਹੜੇ ਬਿੱਲ ਹੈ ਉਹਦੇ ਵਿੱਚ ਸਾਈਨ ਕੀਤੇ। ਪਰ ਜਿਵੇਂ ਕਿ ਇੱਥੇ ਵਿੱਚ ਹੁਣ ਜੇ ਆਪਾਂ ਇਹਨਾਂ ਨੂੰ ਸੈਗਰੇਟ ਕਰ ਲਈਏ ਜਾਂ ਇਹਨਾਂ ਨੂੰ ਵੱਖੋ ਵੱਖਰੇ ਢੰਗ ਦੇ ਨਾਲ ਇਹਨਾਂ ਦੇ ਸੰਘਰਸ਼ ਦਾ ਸਹਿਯੋਗ ਦੇਖੀਏ, ਠੀਕ ਹੈ ਵੀ ਜਿੱਦਣ ਸੰਘਰਸ਼ ਹੈ, ਸੰਘਰਸ਼ ਦੇ ਵਿੱਚ ਜੇ ਆਪਾਂ ਵਿੱਚ ਸ਼ਮੂਲੀਅਤ ਨਹੀਂ ਕਰ ਸਕਦੇ ਤੇ ਉੱਥੇ ਜਾਣ ਦੀ ਬਜਾਏ ਜੇ ਆਪਾਂ ਉਹਨਾਂ ਨੂੰ ਪਿੱਛੋਂ ਬੈਕਅਪ ਕਰ ਸਕਦੇ ਹਾਂ ਕਿਸੇ ਨਾ ਕਿਸੇ ਢੰਗ ਦੇ ਨਾਲ। ਕੁਝ ਲੋਕ ਲੱਗੇ ਨੇ, ਕੁਛ ਅਜੇ ਪਤਾ ਨਹੀਂ ਕਿਸ ਚੀਜ਼ ਦੀ ਵੇਟ ਕਰ ਰਹੇ, ਕਿਉਂ ਕਿੱਧਰ ਨੂੰ ਤੁਰੇ ਪਏ ਨੇ। ਉਹ ਚੀਜ਼ ਜਿਹੜੀ ਹੈ ਨਾ ਜੀ, ਇਹ ਸਿਆਸਤ ਆ ਕਿਤੇ ਨਾ ਕਿਤੇ। ਕੁਛ ਕੁ ਲੋਕਾਂ 'ਤੇ ਅਜੇ ਵੀ ਭਾਰੀ ਪਈ ਆ, ਕੁਛ ਕਿਉਂਕਿ ਉਹਨਾਂ ਨੂੰ ਯੋਗਦਾਨ ਆਪਣਾ ਵਧੀਆ ਦੇਣਾ ਚਾਹੀਦਾ ਸੀ। ਜਿਵੇਂ ਕਿ ਕੰਸਟੀਚੁਐਂਸੀ ਦੇ ਵਿੱਚੋਂ ਜਿਹੜੇ ਆ ਆਪਣੇ ਬੰਦਿਆਂ ਨੂੰ ਜਿਹੜੇ ਆ ਉਹ ਕਿਸਾਨ ਹੀ ਆ। ਚਾਹੇ ਮੈਂ ਮੇਰੀ ਇੱਕ ਜਿਹੜੀ ਸੋਚਣੀ ਆ, ਕੋਈ ਵੀ ਕਿਸੇ ਪਾਰਟੀ ਨਾਲ ਜੁੜਿਆ ਹੋਵੇ ਪਹਿਲਾਂ ਤਾਂ ਉਹ ਕਿਸਾਨ ਆ ਨਾ ਜੀ, ਕਿਸਾਨ ਆ। ਚਾਹੇ ਦੂਜਾ ਕੋਈ ਵੀ ਵਰਗ ਆਪਾਂ ਦੇਖ ਲਈਏ, ਕਿਸਾਨੀ ਨਾਲ ਹੀ ਵਰਗ ਜੁੜੇ ਆ। ਜਿਵੇਂ ਮੈਂ ਹੁਣ ਤੁਹਾਨੂੰ ਦੱਸ ਦੇਵਾਂ ਕਿ ਵੀ ਜੇ ਆਪਾਂ ਗੱਲ ਕਿਸਾਨੀ ਦੀ ਕਰੀਏ, ਜੇ ਮੰਡੀ ਬੋਰਡ ਦੀ ਕਰੀਏ, ਜੇ ਕਾਨੂੰਨ ਆ ਜਾਂਦੇ ਆ, ਜੇ ਕਾਨੂੰਨ ਆਉਂਦੇ ਆ ਤੇ ਸਾਡਾ ਮੰਡੀ ਬੋਰਡ ਦੇ ਵਿੱਚ ਆੜ੍ਹਤੀਆ ਆ 36,000 ਆੜ੍ਹਤੀਆ ਆ, ਜਿਨ੍ਹਾਂ ਨੂੰ 1116 ਕਰੋੜ ਰੁਪਈਆ ਜਿਹੜੀ ਆ ਉਹ ਇਨਕਮ 19-20 ਚ ਆਈ ਆ। ਉਸ ਦੇ ਨਾਲ 3 ਲੱਖ ਤੋਲਣੇ ਵਾਲੇ ਬੰਦੇ ਨੇ, ਤੋਲੇ ਨੇ, ਜਿਹੜੇ ਪੱਲੇਦਾਰ ਨੇ, ਉਹਨਾਂ ਨੂੰ 11,000 ਕਰੋੜ ਸਮਥਿੰਗ ਇੰਨੀ ਜਿਹੜੀ ਆ ਉਹ ਇਨਕਮ ਆਈ ਆ 1 ਸਾਲ ਦੀ ਆ। ਇਹ ਲੋਕ ਸਾਰੇ ਤਾਂ ਕਿਸਾਨੀ ਨਾਲ ਹੀ ਕਿਤੇ ਨਾ ਕਿਤੇ ਜੁੜੇ ਨੇ, ਠੀਕ ਹੈ ਨਾ ਜੀ। ਇਹਨਾਂ ਦੇ ਵਿੱਚ ਜਾਗਰੂਕਤਾ ਲਿਆਉਣ ਦੇ ਲਈ ਜਿਹੜੇ ਕੁਛ ਆਪਣੇ ਆਪ ਨੂੰ ਸਮੇਂ ਦੇ ਹਤੈਸ਼ੀ ਕਹਿੰਦੇ ਆ ਵੀ ਅਸੀਂ ਵੋਟਾਂ ਦੇ ਵਿੱਚ ਚਲੋ ਭਾਵੇਂ ਉਹ ਵਿਪਕਸ਼ ਦੇ ਵਿੱਚ ਹੀ ਰੋਲ ਅਪਣਾਉਂਦੇ ਹੋਣ, ਪਰ ਉਹਨਾਂ ਲੋਕਾਂ ਨੂੰ ਨਾਲ ਤੁਰਨਾ ਚਾਹੀਦਾ ਸੀ ਕਿਤੇ ਨਾ ਕਿਤੇ। ਜਦੋਂ ਪੰਜਾਬੀਅਤ ਦੀ ਗੱਲ ਕਰਨੀ ਆ, ਵੀ ਜੇ ਆਪਾਂ ਕਹਿ ਲਈਏ ਕਿਸੇ, ਮੈਂ ਹੁਣ ਨਾਮ ਨਹੀਂ ਲੈਣਾ ਚਾਹੂੰਗਾ, ਪਰ ਜਦੋਂ ਆਪਾਂ ਹਰ ਪਾਸੇ ਪੰਜਾਬੀ ਨੂੰ ਲੈ ਕੇ ਚੱਲਦੇ ਹਾਂ, ਠੀਕ ਹੈ ਨਾ ਜੀ, ਤੇ ਪੰਜਾਬੀਅਤ ਦੀ ਗੱਲ ਕਰਦੇ ਹਾਂ ਤੇ ਕਿਸਾਨ ਪੰਜਾਬੀ ਨਹੀਂ ਗੇ। ਇਸ ਕਰਕੇ ਥੋੜ੍ਹਾ ਜਿਹਾ ਕਿਤੇ ਨਾ ਕਿਤੇ ਜਿਹੜੇ ਬਹੁਤ ਜ਼ਿਆਦਾ ਆਪਣੇ ਆਪ ਨੂੰ ਪੰਜਾਬੀ ਸਮਝਦੇ, ਉਹਨਾਂ ਨੂੰ ਚਾਹੀਦਾ ਸੀਗਾ ਇਹਦੇ ਵਿੱਚ ਆਪਣਾ ਰੋਲ ਅਪਣਾਉਣਾ। ਜੀ, ਅਸੀਂ ਕਿਸਾਨੀ ਮੁੱਦੇ ਦੀ ਗੱਲ ਕਰ ਰਹੇ ਹਾਂ। ਇਸ ਮੁੱਦੇ ਤੇ ਤਾਂ ਅਸੀਂ ਕੱਲ ਤੱਕ ਵੀ ਬੋਲਦੇ ਰਹੀਏ, ਉਹ ਵੀ ਥੋੜ੍ਹਾ। ਸਾਡੇ ਮਾਹਿਰਾਂ ਨੇ ਸਟੂਡੀਓ ਦੇ ਵਿੱਚ ਆ ਕੇ ਸਾਡੇ ਦਰਸ਼ਕਾਂ ਦੇ ਨਾਲ ਆਪਣੇ ਸੁਚੱਜੇ ਢੰਗ ਨਾਲ ਵਿਚਾਰ ਸਾਂਝੇ ਕੀਤੇ ਨੇ। ਧੰਨਵਾਦ ਸਰ ਤੁਹਾਡਾ। ਧੰਨਵਾਦ। ਅਗਲੀ ਵਾਰ ਫਿਰ ਨਵੀਂ ਗੱਲਬਾਤ ਲੈ ਕੇ ਜਲਦ ਹਾਜ਼ਰ ਹੋਵਾਂਗੇ। ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ। ਧੰਨਵਾਦ।